ਹੈਲੋ ਐਂਡ ਵੈਲਕਮ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਤੁਸੀਂ ਸਾਰੇ ਜਾਣਦੇ ਹੋ ਕਿ ਲੇਟੈਸਟ ਅਪਡੇਟਸ ਦੇ ਨਾਲ ਤੁਹਾਡੇ ਕੋਲ ਪਹੁੰਚਦੇ ਹਾਂ, ਕਿਉਂਕਿ ਸਾਡੇ ਕੋਲ ਸਾਰੇ ਸਟੂਡੈਂਟਸ ਦੇ ਕਈ ਸਾਰੇ ਢੇਰ ਸਾਰੇ ਸਵਾਲ ਆਏ ਹੁੰਦੇ ਨੇ ਤੇ ਅਸੀਂ ਵੀ ਐਕਸਪਰਟਸ ਨੂੰ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਡੇ ਸਵਾਲਾਂ ਦਾ ਸਹੀ ਜਵਾਬ ਤੁਹਾਡੇ ਤੱਕ ਪਹੁੰਚਾ ਸਕੀਏ। ਅੱਜ ਆਪਾਂ ਖਾਸ ਤੌਰ ਤੇ ਕੈਨੇਡਾ ਉੱਪਰ ਗੱਲ ਕਰਾਂਗੇ, ਕੀ ਅਪਡੇਟਸ ਚੱਲ ਰਹੇ ਨੇ, ਕਿੰਨਾ ਕੁ ਪ੍ਰੋਸੈਸਿੰਗ ਟਾਈਮ ਚੱਲ ਰਿਹਾ, 5.5 ਬੈਂਡ ਵਾਲੇ ਅਪਲਾਈ ਕਰ ਸਕਦੇ ਨੇ ਕਿ ਨਹੀਂ ਅਪਲਾਈ ਕਰ ਸਕਦੇ। ਸੋ ਇਹ ਸਾਰਾ ਸ਼ੋਅ ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧਿਆਨ ਨਾਲ ਵੇਖਣਾ ਤੇ ਸੁਣਨਾ ਤਾਂ ਕਿ ਤੁਸੀਂ ਕਿਸੇ ਵੀ ਖਾਸ ਜਾਣਕਾਰੀ ਤੋਂ ਵਾਂਝੇ ਨਾ ਰਹਿ ਜਾਓ। ਸੋ ਅੱਜ ਅਸੀਂ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ AECC ਗਲੋਬਲ ਇਮੀਗ੍ਰੇਸ਼ਨ ਤੋਂ, ਜੋ ਕਿ ਇੱਕ ਮਲਟੀਨੈਸ਼ਨਲ ਕੰਪਨੀ ਹੈ ਤੇ ਸਾਡੇ ਵਿਚਕਾਰ ਨੇ AECC ਗਲੋਬਲ ਦੇ ਹੈਡ ਆਫ ਡਿਪਾਰਟਮੈਂਟ ਪੰਜਾਬ ਕੰਚਨ ਅਰੋੜਾ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ, ਤੁਹਾਨੂੰ ਮੈਂ ਹਰ ਵਾਰੀ ਵੀ ਦੱਸਦੀ ਹਾਂ ਕਿ AECC ਗਲੋਬਲ ਕੰਪਨੀ ਇੱਕ ਅਜਿਹੀ ਕੰਪਨੀ ਹੈ ਜਿਸ ਦੀ ਕਿ ਆਲ ਓਵਰ ਇੰਡੀਆ ਵਿੱਚ 20 ਸਿਟੀਜ਼ ਦੇ ਵਿੱਚ ਬ੍ਰਾਂਚਿਸ ਨੇ ਔਰ ਨਾਲ ਦੀ ਨਾਲ 14 ਕੰਟਰੀਜ਼ ਦੇ ਵਿੱਚ ਇਹਨਾਂ ਦੀ ਬ੍ਰਾਂਚਿਸ ਨੇ। ਸੋ ਬਹੁਤ ਇੱਕ ਵੱਡਾ ਅਦਾਰਾ ਇਹਨਾਂ ਦਾ ਅਸੀਂ ਕਹਿ ਸਕਦੇ ਹਾਂ ਤੇ ਸਟੂਡੈਂਟਸ ਇਸ ਲਈ ਇਹਨੇ ਵਿਸ਼ਵਾਸ ਦੇ ਨਾਲ ਇਹਨਾਂ ਦੇ ਨਾਲ ਜੁੜਦੇ ਨੇ ਤਾਂ ਕਿ ਸਹੀ ਜਾਣਕਾਰੀ ਦੇ ਨਾਲ ਅੱਗੇ ਵੱਧ ਸਕਣ। ਤੇ ਮੈਂ ਮੈਮ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਆਪਾਂ ਅੱਜ ਖਾਸ ਤੌਰ ਤੇ ਕੈਨੇਡਾ ਬਾਰੇ ਗੱਲ ਕਰਨ ਜਾ ਰਹੇ ਹਾਂ। ਸੋ ਸਟੂਡੈਂਟਸ ਦਾ ਨਾ ਸਭ ਤੋਂ ਪਹਿਲਾ ਸਵਾਲ ਅੱਜ ਕੱਲ੍ਹ ਇਹੀ ਚੱਲ ਰਿਹਾ ਹੈ ਕਿ ਕਿਉਂਕਿ ਅਸੀਂ ਬਹੁਤ ਲੰਬੇ ਟਾਈਮ ਤੋਂ ਸੁਣ ਰਹੇ ਹਾਂ ਕਿ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਚੱਲ ਰਿਹਾ ਹੈ। ਅੱਜ ਦੇ ਟਾਈਮ ਵਿੱਚ ਸਟੂਡੈਂਟ ਅਪਲਾਈ ਕਰਦੇ ਨੇ, ਕਿੰਨਾ ਕੁ ਪ੍ਰੋਸੈਸਿੰਗ ਪੀਰੀਅਡ ਟਾਈਮ ਮੰਨ ਕੇ ਚੱਲਣ? ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ। ਸੋ ਜਿੱਥੇ ਤੱਕ ਪ੍ਰੋਸੈਸਿੰਗ ਟਾਈਮ ਦੀ ਗੱਲ ਹੈਗੀ ਹੈ ਤੇ ਅਗਰ ਅਸੀਂ IRCC ਦੀ ਵੈਬਸਾਈਟ ਤੇ ਚੈੱਕ ਕਰੀਏ ਤਾਂ ਆਫੀਸ਼ੀਅਲ ਪ੍ਰੋਸੈਸਿੰਗ ਟਾਈਮ ਜੋ ਕਿ 1 ਜੂਨ 2022 ਨੂੰ ਦਿਖਾ ਰਿਹਾ ਉਹ ਹੈਗਾ 12 ਵੀਕਸ ਜੀ। ਬਟ ਅਗਰ ਅਸੀਂ ਕਿਉਂਕਿ ਪਿਛਲੇ ਬਹੁਤ ਆਲਮੋਸਟ 3 ਤੋਂ 4 ਇਨਟੇਕਸ ਤੋਂ ਅਸੀਂ ਇੱਕ ਇੱਦਾਂ ਦੇ ਐਕਸਪੀਰੀਅੰਸ ਤੋਂ ਗੁਜ਼ਰ ਰਹੇ ਹਾਂ ਕਿ ਜਿੱਥੇ ਸਟੂਡੈਂਟਸ ਦਾ ਕਈ ਵਾਰੀ ਇੱਕ ਇਨਟੇਕ ਵੀ ਨਿਕਲ ਜਾਂਦਾ ਹੈ ਤੇ ਸਟੂਡੈਂਟ ਵੀਜ਼ਾ ਫਾਈਲਸ ਦੇ ਰਿਜ਼ਲਟ ਨਹੀਂ ਆਏ। ਤੇ ਇਸ ਵਾਰੀ ਅਸੀਂ ਇਹ ਡਿਸਾਈਡ ਕੀਤਾ ਐਜ਼ AECC ਗਲੋਬਲ ਕਿ ਅਸੀਂ ਆਪਣੇ ਸੈਪਟੈਂਬਰ ਦੇ ਸਾਰੇ ਸਟੂਡੈਂਟਸ ਦੀ ਵੀਜ਼ਾ ਫਾਈਲ ਬਹੁਤ ਜਲਦੀ ਲੌਂਚ ਕਰਨ ਵਾਲੇ ਹਾਂ। ਸੋ ਅਸੀਂ ਮੈਕਸਿਮਮ ਵੀਜ਼ਾ ਫਾਈਲਸ 90% ਵੀਜ਼ਾ ਫਾਈਲਸ ਆਲਰੇਡੀ ਲੌਂਚ ਕਰ ਚੁੱਕੇ ਹਾਂ ਸੈਪਟੈਂਬਰ 22 ਦੇ ਲਈ। ਐਂਡ ਪਲੇਜ਼ੈਂਟਲੀ ਜੋ ਕਿ ਸਾਡੇ ਲਈ ਵੀ ਇੱਕ ਬਹੁਤ ਅੱਛਾ ਸਰਪ੍ਰਾਈਜ਼ ਹੈ ਉਹ ਇਹ ਕਿ ਸਾਡੇ ਸਾਰੇ ਕਾਫੀ ਸਟੂਡੈਂਟਸ ਦੇ ਵੀਜ਼ਾਸ ਆਣੇ ਸ਼ੁਰੂ ਹੋ ਚੁੱਕੇ ਹੈ ਸੈਪਟੈਂਬਰ ਦੇ ਲਈ। ਇਨਫੈਕਟ ਆਈ ਵੁੱਡ ਸੇ ਕਿ ਸਾਡੇ ਜਿਹੜੇ ਰੀਸੈਂਟ ਵੀਜ਼ਾਸ ਆਏ ਨੇ ਉਹ 2 ਹਫ਼ਤਿਆਂ ਦੇ ਵਿੱਚ ਵੀ ਵੀਜ਼ਾਸ ਆਏ ਹੈ ਜਿਹੜੀਆਂ ਫਾਈਲਸ ਕੰਪਲੀਟ ਸੀਗੀਆਂ। ਸੋ ਵਿਚ ਇਜ਼ ਅ ਪਲੇਜ਼ੈਂਟ ਥਿੰਗ ਟੂ ਹੈਵ। ਇਸ ਤੋਂ ਪਤਾ ਚੱਲ ਰਿਹਾ ਕਿ ਹਾਈ ਕਮਿਸ਼ਨ ਵੀ ਹੁਣ ਇੱਕ ਨਾਰਮਲ ਪ੍ਰੋਸੈਸਿੰਗ ਟਾਈਮ ਦੇ ਵਿੱਚ ਕੰਮ ਕਰ ਰਿਹਾ। ਸੋ ਉਹਨਾਂ ਦੀ ਵੀ ਇਹ ਇੰਟੈਂਸ਼ਨ ਸਾਫ਼ ਨਜ਼ਰ ਆ ਰਹੀ ਹੈ ਕਿ ਉਹ ਇਸ ਇਨਟੇਕ ਦੀਆਂ ਫਾਈਲਸ ਇਸੀ ਇਨਟੇਕ ਦੇ ਵਿੱਚ ਥਰੂ ਕਰ ਦੇਣ। ਜੀ 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 ਬਿਲਕੁਲ ਸੇ। ਤਾਂ ਫਿਰ ਜੇਕਰ ਸਟੱਡੀ ਅਬਰੋਡ ਦੀ ਤੁਹਾਡੀ ਚਾਹ ਤਾਂ AECC ਦਿਖਾਏਗਾ ਤੁਹਾਨੂੰ ਰਾਹ ਤੇ ਤੁਹਾਨੂੰ ਦੱਸਦਾ ਕਿ ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਵੀ ਇਹਨਾਂ ਦੀ ਬ੍ਰਾਂਚਿਸ ਹੈ। ਜਿੱਥੇ ਤੁਹਾਨੂੰ ਨੇੜੇ ਲੱਗੇ ਤੁਸੀਂ ਜ਼ਰੂਰ ਉੱਥੇ ਆਪਣੇ ਡਾਕੂਮੈਂਟਸ ਲੈ ਕੇ ਜਾਓ। ਜਦੋਂ ਵਿਜ਼ਿਟ ਕਰੋਗੇ ਸਹੀ ਤਰੀਕੇ ਨਾਲ ਅਸੈਸਮੈਂਟ ਹੋਏਗੀ ਤੇ ਤੁਹਾਨੂੰ ਚੰਗੀ ਗਾਈਡੈਂਸ ਮਿਲੇਗੀ। ਸਕਰੀਨ ਤੇ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ, ਇਸ ਉੱਪਰ ਕਾਲ ਕਰਕੇ ਤੁਸੀਂ AECC ਗਲੋਬਲ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਤੇ ਨਾਲ ਦੀ ਨਾਲ ਗਲੋਬਲ ਐਜੂਕੇਸ਼ਨ ਫੇਅਰ ਵੀ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਕੰਪਨੀ ਵੱਲੋਂ। 7 ਨੂੰ ਲੁਧਿਆਣਾ, 8 ਨੂੰ ਜਲੰਧਰ ਅਤੇ 9 ਜੁਲਾਈ ਨੂੰ ਚੰਡੀਗੜ੍ਹ। ਮੈਮ ਇਸ ਦੇ ਬਾਰੇ ਵੀ ਜਾਣਨਾ ਚਾਹਾਂਗੇ, ਉਸ ਤੋਂ ਬਾਅਦ ਅਸੀਂ ਕੈਨੇਡਾ ਬਾਰੇ ਜਾਣਕਾਰੀ ਕੰਟੀਨਿਊ ਰੱਖਾਂਗੇ। ਜਿਹੜਾ ਗਲੋਬਲ ਐਜੂਕੇਸ਼ਨ ਫੇਅਰ 7, 8 ਤੇ 9 ਜੁਲਾਈ ਨੂੰ ਆਰਗੇਨਾਈਜ਼ ਕੀਤਾ ਜਾ ਰਿਹਾ, ਇਸ ਵਿੱਚ ਕੀ ਖਾਸ ਰਹਿਣ ਵਾਲਾ ਹੈ? ਇਸ 'ਚ ਖਾਸ ਇਹ ਗੱਲ ਹੈਗੀ ਹੈ ਕਿ ਹੁਣ ਪੂਰੇ 2 ਸਾਲ ਦੇ ਵਿੱਚ ਅਸੀਂ ਯੂਨੀਵਰਸਿਟੀਜ਼ ਨੂੰ ਇੱਕ ਪਲੈਟਫਾਰਮ ਦੇ ਨੀਚੇ ਲੈ ਕੇ ਆ ਰਹੇ ਹਾਂ ਤੇ ਇਹ ਗਲੋਬਲ ਐਜੂਕੇਸ਼ਨ ਫੇਅਰ ਹੈ ਵਿਚ ਦ ਨੇਮ ਇਟਸੈਲਫ ਸੇਜ਼ ਕਿ ਸਾਰੇ ਕੰਟਰੀਜ਼ ਤੋਂ ਜਿਹੜੇ ਵੀ ਕੰਟਰੀਜ਼ ਦੇ ਵਿੱਚ ਅਸੀਂ ਸਟੂਡੈਂਟ ਵੀਜ਼ਾ ਦੇ ਵਿੱਚ ਡੀਲ ਕਰਦੇ ਹਾਂ ਇਨਕਲੂਡਿੰਗ US, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਐਂਡ UK ਤੇ ਆਇਰਲੈਂਡ, ਇਹਨਾਂ 6 ਕੰਟਰੀਜ਼ ਦੇ ਯੂਨੀਵਰਸਿਟੀ ਰਿਪਰੈਜ਼ੈਂਟੇਟਿਵਸ ਸਾਡੇ ਇਸ ਗਲੋਬਲ ਐਜੂਕੇਸ਼ਨ ਫੇਅਰ ਦੇ ਵਿੱਚ ਪਾਰਟਿਸਿਪੇਟ ਕਰਨਗੇ। ਸੋ ਅਗਰ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਕਮ ਸੇ ਕਮ 100 ਤੋਂ 150 ਯੂਨੀਵਰਸਿਟੀਜ਼ ਪਾਰਟਿਸਿਪੇਟ ਕਰ ਰਹੀਆਂ ਮੇਰੇ ਤਿੰਨੋਂ ਸਿਟੀਜ਼ ਨੂੰ ਮਿਲਾ ਕੇ। ਜਿਵੇਂ ਚੰਡੀਗੜ੍ਹ ਦੇ ਵਿੱਚ 60 ਯੂਨੀਵਰਸਿਟੀਜ਼ ਆ ਰਹੀਆਂ ਇਨਕਲੂਡਿੰਗ ਕੈਨੇਡਾ ਤੇ ਜਿਹੜੇ ਵੀ ਬਾਕੀ ਮੈਂ ਹੋਰ ਕੰਟਰੀ ਤੁਹਾਨੂੰ ਹੁਣੇ ਦੱਸੇ ਆ। ਸਿਮਿਲਰਲੀ ਲੁਧਿਆਣਾ ਤੇ ਜਲੰਧਰ ਦੇ ਵਿੱਚ ਵੀ 40 ਤੋਂ ਵੱਧ ਯੂਨੀਵਰਸਿਟੀਜ਼ ਪਾਰਟਿਸਿਪੇਟ ਕਰ ਰਹੀਆਂ। ਸੋ ਇਹ ਪੂਰਾ ਇਵੈਂਟ ਅਸੀਂ ਪੂਰੇ 2 ਸਾਲ ਦੇ ਬਾਅਦ ਆਰਗੇਨਾਈਜ਼ ਕਰ ਰਹੇ ਹਾਂ। ਸੋ ਅਗੇਨ ਸਟੂਡੈਂਟਸ ਦੇ ਲਈ ਜਿਵੇਂ ਹਮੇਸ਼ਾ ਤੋਂ ਇੱਕ ਚਾਮ ਹੁੰਦਾ ਸੀਗਾ ਕਿ ਉਹ ਯੂਨੀਵਰਸਿਟੀਜ਼ ਨੂੰ ਡਾਇਰੈਕਟਲੀ ਮਿਲਣਾ ਚਾਹੁੰਦੇ ਸੀਗੇ, ਫੇਸ ਟੂ ਫੇਸ ਗੱਲ ਕਰਨਾ ਚਾਹੁੰਦੇ ਸੀ। ਸੋ ਹੁਣ ਪੂਰੇ 2 ਸਾਲ ਦੇ ਬਾਅਦ ਉਹਨਾਂ ਨੂੰ ਦੁਬਾਰਾ ਇਹ ਓਪਰਚੁਨਿਟੀ ਮਿਲ ਰਹੀ ਹੈ ਕਿ ਉਹ ਔਨ ਦਾ ਸਪੌਟ ਆ ਕੇ ਆਪਣਾ ਡਿਸਕਸ਼ਨ ਕਰ ਸਕਣ, ਅਪਲਾਈ ਕਰ ਸਕਣ ਤੇ ਆਫਰ ਲੈਟਰ ਵੀ ਮਿਲ ਸਕਦੀ ਹੈ ਕੁਝ ਯੂਨੀਵਰਸਿਟੀਜ਼ ਤੋਂ। ਜੀ 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 ਬਿਲਕੁਲ। ਸੋ ਤੁਸੀਂ ਜ਼ਰੂਰ ਇਹ ਡੇਟਸ ਜੋ ਹੈ ਧਿਆਨ ਨਾਲ ਇੱਕ ਵਾਰ ਫਿਰ ਤੋਂ ਸੁਣ ਲਓ ਕਿ 7 ਜੁਲਾਈ ਨੂੰ ਲੁਧਿਆਣਾ, 8 ਜੁਲਾਈ ਨੂੰ ਜਲੰਧਰ ਅਤੇ 9 ਜੁਲਾਈ ਨੂੰ ਚੰਡੀਗੜ੍ਹ ਵਿੱਚ
ਵਿੱਚ ਗਲੋਬਲ ਐਜੂਕੇਸ਼ਨ ਫੇਅਰ ਆਰਗੇਨਾਈਜ਼ ਕੀਤਾ ਗਿਆ ਹੈ AECC ਗਲੋਬਲ ਕੰਪਨੀ ਵੱਲੋਂ। ਸੋ ਤੁਸੀਂ ਵੀ ਇਸ ਐਜੂਕੇਸ਼ਨ ਫੇਅਰ ਦਾ ਵੱਧ ਤੋਂ ਵੱਧ ਫਾਇਦਾ ਜ਼ਰੂਰ ਲਓ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਟੂਡੈਂਟ ਕਿਤੇ ਨਾ ਕਿਤੇ ਕਨਫਿਊਜ਼ ਜ਼ਰੂਰ ਹੁੰਦੇ ਨੇ। ਇੱਕ ਕਨਫਿਊਜ਼ਨ ਦਾ ਸਵਾਲ ਕੈਨੇਡਾ ਨੂੰ ਲੈ ਕੇ 5.5 ਬੈਂਡ ਨਾਲ ਵੀ ਜੁੜਿਆ ਹੋਇਆ ਲਗਾਤਾਰ, ਕਿਉਂਕਿ ਕੁਝ ਕੰਪਨੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਸਿਰਫ 6 ਓਵਰਆਲ 6 ਈਚ ਵਾਲੇ ਹੀ ਅਪਲਾਈ ਕਰ ਸਕਦੇ, ਕੁਝ ਕਹਿੰਦੇ ਕਿ 5.5 ਨਾਲ ਵੀ ਹੋ ਸਕਦਾ ਹੈ। ਅਸਲ ਸੱਚਾਈ ਕਿਸ ਨੂੰ ਮੰਨੀਏ? ਜੇ ਆਪਾਂ ਲਾਸਟ ਇਨਟੇਕ ਦੇ ਵੀਜ਼ਾ ਰਿਜ਼ਲਟਸ ਦੇਖੀਏ ਤਾਂ ਔਰ ਇਵਨ ਜਨਵਰੀ 22 ਦੇ ਵੀ ਵੀਜ਼ਾ ਰਿਜ਼ਲਟਸ ਅਗਰ ਅਸੀਂ ਦੇਖੀਏ ਤਾਂ ਜਿਨ੍ਹਾਂ ਵੀ ਸਟੂਡੈਂਟਸ ਦੇ ਇੱਕ ਮੋਡਿਊਲ ਦੇ ਵਿੱਚ 5.5 ਬੈਂਡ ਸਕੋਰ ਸੀ, ਉਹਨਾਂ ਚੋਂ ਬਹੁਤ ਹੀ ਘੱਟ ਸਟੂਡੈਂਟਸ ਦੇ ਵੀਜ਼ਾਸ ਥਰੂ ਹੋਏ ਆ। ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਨਾਨ SDS ਦੇ ਵਿੱਚ ਵੀਜ਼ਾ ਨਹੀਂ ਆ ਸਕਦੇ। ਤੇ ਨਾਨ SDS ਦੇ ਵਿੱਚ ਅਗਰ ਸਟੂਡੈਂਟ PT ਦੇ ਨਾਲ ਵੀਜ਼ਾ ਲਗਾ ਰਿਹਾ ਤਾਂ ਵੀਜ਼ਾ ਨਿਕਲ ਰਹੇ ਨੇ ਅਗਰ ਉਹਦਾ PT ਸਕੋਰ ਇਜ਼ ਇਕੁਇਵਲੈਂਟ ਟੂ 6 ਬੈਂਡਸ ਇਨ ਆਇਲਸ। ਸੋ ਮੇਰਾ ਰਿਕਮੈਂਡੇਸ਼ਨ ਇਹ ਹੈ ਕਿ ਸਟੂਡੈਂਟਸ, ਮੈਨੂੰ ਪਤਾ ਹੈ ਕੁਝ ਸਟੂਡੈਂਟਸ 2-2 3-3 ਵਾਰੀ ਆਪਣਾ ਆਇਲਸ ਰਿਜ਼ਲਟ ਕਰ ਚੁੱਕੇ ਨੇ, ਆਪਣਾ ਆਇਲਸ ਦਾ ਪੇਪਰ ਦੇ ਚੁੱਕੇ ਨੇ, ਤੇ ਕੁਝ ਤਾਂ ਉਹਨਾਂ ਚੋਂ ਡਿਸਕਰੇਜ ਵੀ ਹੋ ਚੁੱਕੇ ਨੇ ਕਿ ਅਸੀਂ ਹੁਣ ਦੁਬਾਰਾ ਨਹੀਂ ਕਰਨਾ। ਪਰ ਮੇਰੀ ਐਡਵਾਈਸ ਇਹੀ ਹੈ ਕਿ ਵੀਜ਼ਾ ਰਿਫਿਊਜ਼ਲ ਲੈਣ ਤੋਂ ਬੈਟਰ ਹੈ ਕਿ ਉਹ ਆਪਣਾ ਆਇਲਸ ਦੁਬਾਰਾ ਤੋਂ ਕਰਨ ਐਂਡ ਕੋਸ਼ਿਸ਼ ਕਰਨ ਕਿ 6 ਈਚ ਦੇ ਨਾਲ ਹੀ ਫਾਈਲ ਲੱਗੇ। ਓਕੇ ਜੀ, ਬਿਲਕੁਲ। ਤੁਸੀਂ ਚਲੋ ਇਹ ਤਾਂ ਆਇਲਸ ਦਾ ਤਾਂ ਕਲੀਅਰ ਕੀਤਾ, ਤਾਂ ਮੈਂ ਜ਼ਰੂਰ ਇੱਥੇ PT ਬਾਰੇ ਵੀ ਗੱਲ ਡਿਟੇਲ ਵਿੱਚ ਜ਼ਰੂਰ ਕਰਨਾ ਚਾਹੂੰਗੀ ਤਾਂ ਕਿ ਜਿਹੜੇ ਦਰਸ਼ਕਾਂ ਦਾ, ਜਿਹੜੇ ਸਟੂਡੈਂਟਸ ਦਾ ਇਹ ਸਵਾਲ ਹੈ ਕਿ PT ਨਾਲ ਅਪਲਾਈ ਕਰਨਾ ਹੈ ਜਾਂ ਨਹੀਂ ਕਰਨਾ, ਤਾਂ ਕਿੰਨਾ ਸਕੋਰ ਉਹਦੇ ਵਿੱਚ ਵੀ ਸਾਨੂੰ ਚਾਹੀਦਾ ਹੈ। ਜਿਵੇਂ ਮੈਂ ਦੱਸਿਆ ਕਿ ਅਗਰ ਤੁਹਾਡਾ PT ਦਾ ਸਕੋਰ ਆਇਲਸ ਦੇ ਇਕੁਇਵਲੈਂਟ ਹੈ, ਫॉर ਐਗਜ਼ਾਮਪਲ ਅਗਰ SDS ਦੇ ਵਿੱਚ ਆਇਲਸ ਦੀ ਰਿਕੁਆਇਰਮੈਂਟ 6 ਈਚ ਹੈ, ਤਾਂ ਇਦਾਂ ਹੀ ਅਗਰ ਤੁਹਾਡਾ PT ਦਾ ਸਕੋਰ ਉਹਦੇ ਇਕੁਇਵਲੈਂਟ ਹੈਗਾ ਵਿਚ ਇਜ਼ 50 to 58 ਦੀ ਬ੍ਰੈਕਟ ਦੇ ਵਿੱਚ, ਅਗਰ ਤੁਹਾਡਾ ਓਵਰਆਲ ਸਕੋਰ ਵੀ ਹੈ ਤੇ ਨਾਲੇ ਤੁਹਾਡੇ ਸਾਰੇ ਚਾਰੋਂ ਮੋਡਿਊਲਸ ਦੇ ਵਿੱਚ ਵੀ ਇਕੁਇਵਲੈਂਟ ਬੈਂਡ ਸਕੋਰ ਅਗਰ ਇੰਨਾ ਹੀ ਹੈ ਤਾਂ ਵੀਜ਼ਾ ਰਿਜ਼ਲਟਸ ਪੋਜ਼ਿਟਿਵ ਹੀ ਆ ਰਹੇ ਨੇ। ਸੋ ਬਟ ਅਗਰ PT ਸਕੋਰ ਵੀ ਲੋ ਹੈ ਵਿਚ ਇਜ਼ ਇਕੁਇਵਲੈਂਟ ਟੂ 5.5 ਜਾਂ 5, ਤਾਂ ਮੈਂ ਬਿਲਕੁਲ ਰਿਕਮੈਂਡ ਨਹੀਂ ਕਰਾਂਗੀ ਕਿ ਤੁਸੀਂ ਕੈਨੇਡਾ ਦੇ ਲਈ ਵੀਜ਼ਾ ਫਾਈਲ ਲਗਾਓ। ਪਹਿਲਾਂ ਆਪਣਾ ਇੰਗਲਿਸ਼ ਤੇ ਕੰਮ ਕਰੋ, ਆਪਣਾ ਚਾਹੇ ਤੁਹਾਡਾ ਉਹ ਆਇਲਸ ਦਾ ਪੇਪਰ ਹੈ, ਚਾਹੇ ਉਹ ਤੁਹਾਡਾ ਚਾਹੇ PT ਦਾ ਐਗਜ਼ਾਮ ਹੈ, ਉਹਨੂੰ ਇੰਪਰੂਵ ਕਰੋ ਆਪਣਾ ਸਕੋਰ, ਤੇ ਤਾਂ ਹੀ ਉਸ ਤੋਂ ਬਾਅਦ ਵੀਜ਼ਾ ਫਾਈਲ ਲਗਾਓ। ਜੀ, ਔਰ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਸੈਪਟੈਂਬਰ ਇਨਟੇਕ ਲਈ ਤੁਸੀਂ ਜਲਦੀ ਹੀ ਜੋ ਹੁਣ ਫਾਈਲਸ ਲਗਾਣੀ ਸ਼ੁਰੂ ਕਰ ਦਿੱਤੀਆਂ, ਤਾਂ ਜਿਹੜੇ ਸਟੂਡੈਂਟਸ ਕਈ ਵਾਰੀ ਸੋਚ ਰਹੇ ਹੁੰਦੇ ਆ ਕਿ ਸੈਪਟੈਂਬਰ ਨੂੰ ਹਲੇ ਟਾਈਮ ਹੈ, ਸੋ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਅਗਰ ਅਪਲਾਈ ਕਰਨਾ ਹੈ ਸੈਪਟੈਂਬਰ ਇਨਟੇਕ ਲਈ, ਕਦੋਂ ਉਹਨਾਂ ਨੂੰ ਅਪਲਾਈ ਕਰ ਲੈਣਾ ਚਾਹੀਦਾ ਹੈ? ਜੇ ਤਾਂ ਤੁਸੀਂ ਐਪਲੀਕੇਸ਼ਨ ਦੀ ਗੱਲ ਕਰ ਰਹੇ ਹੋ ਤਾਂ ਮੈਕਸਿਮਮ ਸਟੂਡੈਂਟ ਆਲਰੇਡੀ ਅਪਲਾਈ ਕਰ ਚੁੱਕੇ ਨੇ, ਤੇ ਆਈ ਵੁੱਡ ਸੇ ਕਿ 80% ਤੋਂ ਵੀ ਜ਼ਿਆਦਾ ਸਟੂਡੈਂਟਸ ਆਪਣੀ ਫੀਸ ਵੀ ਪੇ ਕਰ ਚੁੱਕੇ ਹਨ। ਤੇ ਜਿਹੜੇ ਵੀ ਸਟੂਡੈਂਟਸ ਦੇ ਕੋਲ ਆਲਰੇਡੀ ਆਫਰ ਲੈਟਰ ਆ ਚੁੱਕੀ ਹੈ ਤੇ ਉਹ ਹਜੇ ਸੋਚ ਰਹੇ ਕਿ ਆਪਾਂ ਕਰੀਏ ਕਿ ਨਹੀਂ ਕਰੀਏ, ਘੱਟ ਟਾਈਮ ਹੈ ਜ਼ਿਆਦਾ ਟਾਈਮ ਹੈ, ਤਾਂ ਮੈਂ ਤੁਹਾਨੂੰ ਇਹ ਰਿਕਮੈਂਡ ਕਰਾਂਗੀ ਕਿ ਬਿਲਕੁਲ ਬਿਨਾਂ ਦੇਰ ਕੀਤੇ ਹੋਏ ਤੁਸੀਂ ਆਪਣੀ ਟਿਊਸ਼ਨ ਫੀਸ ਪੇ ਕਰੋ, ਆਪਣਾ GIC ਦਾ ਅਮਾਉਂਟ ਪੇ ਕਰੋ ਤੇ ਜਲਦੀ ਤੋਂ ਜਲਦੀ ਆਪਣੀ ਵੀਜ਼ਾ ਫਾਈਲ ਲਗਾਓ। ਜਿਵੇਂ ਮੈਂ ਤੁਹਾਨੂੰ ਦੱਸਿਆ ਆਲਰੇਡੀ ਕਿ ਸਾਡੇ ਹੁਣ 2 ਹਫ਼ਤਿਆਂ ਦੇ ਵਿੱਚ ਵੀ ਕੁਝ ਰਿਜ਼ਲਟਸ ਆਏ ਨੇ, ਸੋ देयर इज ਹਾਈ ਹੋਪ ਕਿ ਤੁਸੀਂ ਸੈਪਟੈਂਬਰ ਦੇ ਲਈ ਹਜੇ ਵੀ ਤੁਹਾਡਾ ਵੀਜ਼ਾ ਟਾਈਮ ਤੇ ਆ ਜਾਏਗਾ। ਐਂਡ ਚਾਹੇ ਉਹ ਗੱਲ ਸੈਪਟੈਂਬਰ ਇਨਟੇਕ ਦੀ ਹੋਵੇ ਜਾਂ ਉਸ ਤੋਂ ਬਾਅਦ ਦੇ ਅਗਲੇ ਇਨਟੇਕਸ ਦੀ ਗੱਲ ਹੋਵੇ, ਕਿਉਂਕਿ ਕੈਨੇਡਾ ਦੇ ਵਿੱਚ ਰਸ਼ ਇੰਨਾ ਜ਼ਿਆਦਾ ਹੈ ਤੇ ਸਾਰੇ ਸਟੂਡੈਂਟਸ ਨੂੰ ਇੱਕੋ ਹੀ ਐਡਵਾਈਸ ਹੈ ਕਿ ਜਿਵੇਂ ਹੀ ਤੁਸੀਂ ਆਪਣੀ ਆਫਰ ਲੈਟਰ ਲੈ ਲੈਂਦੇ ਹੋ ਆਪਣੀ ਜਲਦੀ, ਕਿਉਂਕਿ ਦੇਖੋ ਜਦੋਂ ਤੁਸੀਂ ਆਪਣੀ ਆਫਰ ਲੈਟਰ ਅਪਲਾਈ ਕਰਦੇ ਹੋ ਆਈ ਐਮ ਸ਼ੋਰ ਕਿ ਤੁਸੀਂ ਉਸ ਤੋਂ ਪਹਿਲਾਂ ਡਿਸਕਸ ਕੀਤਾ ਹੋਣਾ ਕਿ ਮੈਂ ਕਿਹੜਾ ਪ੍ਰੋਗਰਾਮ ਜਾਣਾ ਹੈ, ਮੈਂ ਕਿਹੜੇ ਕਾਲਜ 'ਚ ਜਾਣਾ ਹੈ। ਸੋ ਉੱਥੇ ਤੁਹਾਡਾ ਮਾਈਂਡ ਬਣਿਆ ਹੋਣਾ ਚਾਹੀਦਾ ਕਿ ਜੇ ਮੇਰੀ ਆਫਰ ਲੈਟਰ ਆ ਜਾਂਦੀ ਹੈ ਤਾਂ ਮੈਨੂੰ ਜਲਦੀ ਤੋਂ ਜਲਦੀ ਫੀਸ ਪੇ ਕਰਨੀ ਚਾਹੀਦੀ ਹੈ, ਤਾਂ ਜੋ ਤੁਹਾਡਾ ਸਭ ਦਾ ਟਾਈਮ, ਸਾਡਾ ਟਾਈਮ ਬਚੇ, ਤੁਹਾਡਾ ਟਾਈਮ ਬਚੇ, ਔਰ ਸਭ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਬੈਨੀਫਿਟ ਤੁਹਾਡਾ ਹੀ ਹੈ, ਕਿਉਂਕਿ ਜੇ ਤੁਸੀਂ ਜਲਦੀ ਟਾਈਮ ਤੇ ਵੀਜ਼ਾ ਲਾਓਗੇ ਤਾਂ ਤੁਸੀਂ ਆਪਣੇ ਬਾਕੀ ਦੇ ਅਰੇਂਜਮੈਂਟਸ ਜਿਵੇਂ ਅਕੋਮੋਡੇਸ਼ਨ ਹੋ ਗਿਆ ਤੇ ਫਲਾਈਟ ਦੀ ਟਿਕਟ ਤੁਹਾਨੂੰ ਸਸਤੀ ਮਿਲ ਸਕਦੀ ਹੈ, ਉਹ ਸਾਰੇ ਅਰੇਂਜਮੈਂਟਸ, ਕੋਰਸ ਦੀ ਰਜਿਸਟ੍ਰੇਸ਼ਨ ਤੁਸੀਂ ਇੱਕ ਸਮੂਥ ਵੇ ਨਾਲ ਕਰ ਸਕਦੇ ਹੋ। ਸੋ ਜਿੰਨੀ ਜਲਦੀ ਤੋਂ ਜਲਦੀ ਕਰੋਗੇ ਉਨਾ ਵਧੀਆ ਹੈ। ਬਿਲਕੁਲ ਸਹੀ ਕਿਹਾ ਤੁਸੀਂ। ਚਲੋ ਸੈਪਟੈਂਬਰ ਇਨਟੇਕ ਨੂੰ ਲੈ ਕੇ ਤਾਂ ਕਲੀਅਰ ਹੋ ਗਈ ਗੱਲ, ਪਰ ਨਾਲ ਦੀ ਨਾਲ ਜੇਕਰ ਜਿਹੜੇ ਜਨਵਰੀ 2023 ਇਨਟੇਕ ਲਈ ਅਪਲਾਈ ਕਰਨਾ ਚਾਹ ਰਹੇ ਨੇ, ਉਹ ਵੀ ਕੀ ਹੁਣੇ ਹੀ ਅਪਲਾਈ ਕਰਕੇ ਆਪਣੀ ਸੀਟ ਸਿਕਿਉਰ ਕਰ ਸਕਦੇ ਨੇ? ਡੈਫੀਨੇਟਲੀ ਦੇਖੋ ਸੈਪਟੈਂਬਰ 23 ਇਨਟੇਕ ਆਲਰੇਡੀ ਓਪਨ ਹੋ ਚੁੱਕਿਆ। ਹੁਣ ਕੈਨੇਡਾ ਪਿਛਲੇ 4-5 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਡਰਾਸਟਿਕ ਚੇਂਜ ਆਇਆ ਕਿ ਇਸ ਟਾਈਮ ਕੈਨੇਡਾ, ਹੁਣ ਅਸੀਂ ਅਗਰ ਦੇਖੀਏ ਪਿਛਲੇ 2 ਸਾਲਾਂ ਤੋਂ ਕੈਨੇਡਾ 2 ਇਨਟੇਕਸ ਦੇ ਵਿੱਚ ਸਾਈਮਲਟੇਨੀਅਸਲੀ ਕੰਮ ਕਰ ਰਿਹਾ ਹੁੰਦਾ ਹੈ। ਅਸੀਂ ਨਾਲ ਦੀ ਨਾਲ ਸੈਪਟੈਂਬਰ ਇਨਟੇਕ ਦੀਆਂ ਫਾਈਲਾਂ ਵੀ ਲਗਾ ਰਹੇ ਹਾਂ ਤੇ ਅਸੀਂ ਜਨਵਰੀ ਦੀਆਂ ਐਪਲੀਕੇਸ਼ਨਸ ਵੀ ਸਾਈਮਲਟੇਨੀਅਸਲੀ ਕਰਕੇ ਤੇ ਜਿਨ੍ਹਾਂ ਬੱਚਿਆਂ ਦੇ ਆਫਰ ਲੈਟਰਸ ਆ ਚੁੱਕੇ ਉਹਨਾਂ ਦੇ ਪੇਮੈਂਟਸ ਵੀ ਕਰਾ ਰਹੇ ਹਾਂ। ਸੋ ਜਨਵਰੀ 23 ਇਨਟੇਕ ਇਜ਼ ਆਲਰੇਡੀ open in full swing. In fact ਕੁਝ ਵੱਡੇ colleges ਦੇ ਕੁਝ programs already close ਹੋਣ ਵਾਲੇ ਆ ਜਾਂ ਹੋ ਚੁੱਕੇ ਆ। So it is important ਕਿ ਦੇਰ ਕੀਤੇ ਬਿਨਾ
ਤੁਸੀਂ ਆਪਣਾ ਅਪਲਾਈ ਕਰੋ। ਤੇ ਜਿਹੜੇ ਸਟੂਡੈਂਟ 12th ਦੇ ਐਗਜ਼ਾਮ ਹੁਣੇ ਦੇ ਕੇ ਹਟੇ ਆ ਤੇ ਆਪਣੇ ਰਿਜ਼ਲਟਸ ਦੀ ਵੇਟ ਕਰ ਰਹੇ ਆ, ਬਹੁਤ ਸਾਰੀਆਂ ਯੂਨੀਵਰਸਿਟੀਜ਼ ਪ੍ਰੀਡਿਕਟਡ ਸਕੋਰ ਦੇ ਬੇਸਿਸ ਤੇ ਜਾਂ ਫਿਰ ਫਰਸਟ ਟਰਮ ਦੇ ਐਗਜ਼ਾਮਸ ਦੇ ਬੇਸਿਸ ਤੇ ਉਹਨਾਂ ਨੂੰ ਅਨਕੰਡੀਸ਼ਨਲ ਆਫਰ ਲੈਟਰ ਦੇ ਰਹੀਆਂ। ਜੀ। ਜ਼ਿਆਦਾਤਰ ਕਰਕੇ ਯੂਨੀਵਰਸਿਟੀਜ਼ 'ਚ ਪੋਸੀਬਲ ਹੈ, ਕਾਲਜਿਸ 'ਚ ਇਸ ਦੀ ਪੋਸੀਬਿਲਿਟੀ ਘੱਟ ਹੈ। ਸੋ ਜਿਹੜੇ ਬੱਚੇ ਯੂਨੀਵਰਸਿਟੀ ਪ੍ਰੋਗਰਾਮਸ ਦੇਖ ਰਹੇ ਆ ਉਹਨਾਂ ਨੂੰ ਵੀ ਦੇਰ ਨਹੀਂ ਕਰਨੀ ਚਾਹੀਦੀ। ਜੀ ਬਿਲकुल। ਸੋ ਅਗਰ ਕੋਈ ਵੀ ਸਵਾਲ ਹੈ ਤਾਂ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਹੈ, ਇਸ ਦੇ ਉੱਪਰ ਤੁਸੀਂ ਕਾਲ ਕਰਕੇ ਜੋ ਹੈ AECC ਗਲੋਬਲ ਕੰਪਨੀ ਨਾਲ ਰਾਬਤਾ ਕਾਇਮ ਕਰਕੇ ਇਹਨਾਂ ਦੀ ਟੀਮ ਤੋਂ ਚੰਗੀ ਗਾਈਡੈਂਸ ਲੈ ਕੇ ਆਪਣਾ ਸਹੀ ਡਿਸੀਜਨ ਲੈਂਦੇ ਹੋਏ ਆਪਣੀ ਫਾਈਲ ਪ੍ਰੋਸੈਸ ਕਰ ਸਕਦੇ ਹੋ। ਇੱਕ ਵਾਰ ਫਿਰ ਤੋਂ ਦੱਸਦਾ, ਗਲੋਬਲ ਐਜੂਕੇਸ਼ਨ ਫੇਅਰ ਜੋ ਹੈ ਆਰਗੇਨਾਈਜ਼ ਕੀਤਾ ਜਾ ਰਿਹਾ ਹੈ 7 ਜੁਲਾਈ ਨੂੰ ਲੁਧਿਆਣਾ, 8 ਜੁਲਾਈ ਨੂੰ ਜਲੰਧਰ, 9 ਜੁਲਾਈ ਨੂੰ ਚੰਡੀਗੜ੍ਹ। ਸੋ ਤੁਸੀਂ ਅਗਰ ਇੱਥੇ ਪਹੁੰਚਦੇ ਹੋ ਤੁਹਾਡੇ ਕਈ ਤਰ੍ਹਾਂ ਦੀ ਕਨਫਿਊਜ਼ਨ ਜੋ ਹੈ ਦੂਰ ਹੋ ਜਾਣਗੀਆਂ, ਮੌਕੇ ਤੇ ਤੁਹਾਨੂੰ ਕਈ ਤਰ੍ਹਾਂ ਦੀ ਆਪਸ਼ਨਸ ਜ਼ਰੂਰ ਮਿਲਣਗੀਆਂ। ਜਦੋਂ ਅਸੀਂ ਕਨਫਿਊਜ਼ਨ ਦੀ ਗੱਲ ਕਰਦੇ ਹਾਂ ਨਾ ਮੈਮ, ਇੱਕ ਪ੍ਰੋਵਿੰਸ ਨੂੰ ਲੈ ਕੇ ਸਟੂਡੈਂਟਸ ਦੇ ਮਨ ਵਿੱਚ ਬਹੁਤ ਵੱਡਾ ਡਾਊਟ ਰਹਿੰਦਾ ਕਿ ਅਸੀਂ ਕਿਹੜੀ ਪ੍ਰੋਵਿੰਸ ਚੁਣੀਏ, ਕਿ ਕਿਹੜੀ ਥਾਂ ਦਾ ਸਾਨੂੰ ਫਾਇਦਾ ਹੋਏਗਾ। ਮੈਂ ਉਹ ਵੀ ਚਾਹੂੰਗੀ ਕਿ ਤੁਸੀਂ ਇੱਕ ਮਾਹਿਰ ਸਲਾਹ ਲਈ ਅਸੀਂ ਤੁਹਾਨੂੰ ਅੱਜ ਬੁਲਾਇਆ ਹੋਇਆ ਤੇ ਇਹ ਵੀ ਸਟੂਡੈਂਟਸ ਨੂੰ ਦੱਸੋ ਕਿ ਕਿਸ ਤਰੀਕੇ ਨਾਲ ਉਹ ਚੂਜ਼ ਕਰਨ ਕਿਸੇ ਪ੍ਰੋਵਿੰਸ ਨੂੰ। ਦੇਖੋ, ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਤੇ ਡਿਪੈਂਡ ਕਰਦਾ ਹੈ ਕਿ ਸਟੂਡੈਂਟ ਦਾ ਪ੍ਰੋਫਾਈਲ ਕੀ ਹੈ, ਉਹ ਕਿਹੜੇ ਪ੍ਰੋਗਰਾਮਸ ਦੇ ਵਿੱਚ ਜਾਣ ਲਈ ਐਲੀਜੀਬਲ ਹੈ। ਸੋ ਜ਼ਿਆਦਾਤਰ ਕਰਕੇ ਆਪਣੇ ਜਿਹੜੇ ਇੰਡੀਆ ਤੋਂ ਬੱਚੇ ਜਾਂਦੇ ਆ ਉਹ 3-4 ਮੇਨ ਏਰੀਆਜ਼ ਹੈਗੇ ਆ ਜਿਹਦੇ ਵਿੱਚ ਬੱਚੇ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਆ, ਚਾਹੇ ਉਹ ਬਿਜ਼ਨਸ ਹੈ, ਚਾਹੇ ਉਹ IT ਹੈ, ਇੰਜੀਨੀਅਰਿੰਗ ਹੈ ਜਾਂ ਫਿਰ ਹੈਲਥ ਰਿਲੇਟਡ ਪ੍ਰੋਗਰਾਮਸ। ਤਾਂ ਅਸੀਂ ਅਗਰ ਇਹਨਾਂ ਨੂੰ ਬ੍ਰੌਡਲੀ 3 ਤੋਂ 4 ਪੈਰਾਮੀਟਰਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਸਭ ਤੋਂ ਜ਼ਿਆਦਾ ਆਪਸ਼ਨਸ ਪ੍ਰੋਗਰਾਮਸ ਦੀ ਅਵੇਲੇਬਲ ਨੇ ਓਨਟਾਰੀਓ ਸਟੇਟ ਦੇ ਵਿੱਚ, ਬਟ ਬਾਕੀ ਦੇ ਸਟੇਟ ਅਗਰ ਤੁਸੀਂ BC ਦੀ ਗੱਲ ਕਰੋ, ਸੈਸਕੈਚੁਆਨ ਦੀ ਗੱਲ ਕਰੋ ਜਾਂ ਫਿਰ ਈਸਟਰਨ ਕੋਸਟ ਤੇ ਨੋਵਾ ਸਕੋਸ਼ੀਆ ਵਗੈਰਾ ਇੱਦਾਂ ਦੇ ਏਰੀਆਜ਼ ਦੀ ਗੱਲ ਕਰੋ, ਇੱਥੇ ਵੀ ਕੋਰਸਿਸ ਨੇ ਬਟ ਥੋੜੇ ਲਿਮਿਟਡ ਨੇ। ਸੋ ਅਗਰ ਤੁਹਾਡਾ ਕੋਰਸ ਇਹਨਾਂ ਰੀਜਨਸ ਦੇ ਵਿੱਚ ਅਵੇਲੇਬਲ ਹੈ ਤਾਂ ਮੈਂ ਡੈਫੀਨੇਟਲੀ ਰਿਕਮੈਂਡ ਕਰਾਂਗੀ ਕਿ ਸਟੂਡੈਂਟ ਨੂੰ ਉੱਦਾਂ ਦੇ ਸਿਟੀਜ਼ ਜਾਂ ਪ੍ਰੋਵਿੰਸਿਸ ਦੇ ਵਿੱਚ ਵੀ ਸੋਚਣਾ ਚਾਹੀਦਾ ਹੈ ਜਿੱਥੇ ਜ਼ਿਆਦਾਤਰ ਸਟੂਡੈਂਟਸ ਜਾਣ ਦੀ ਨਹੀਂ ਸੋਚਦੇ। ਉਹਦਾ ਰੀਜ਼ਨ ਬਹੁਤ ਹੀ ਆਈ ਵੁੱਡ ਸੇ ਕਿ ਬਹੁਤ ਹੀ ਕਾਮਨ ਹੈ ਐਂਡ ਉਹ ਰੀਜ਼ਨ ਇਹ ਹੈ ਕਿ ਉੱਥੇ ਪੋਪੂਲੇਸ਼ਨ ਘੱਟ ਹੈ, ਸੋ ਕੰਪੀਟੀਸ਼ਨ ਘੱਟ ਹੈ, ਸੋ ਪਾਰਟ ਟਾਈਮ ਜੌਬਸ ਈਜ਼ੀਲੀ ਮਿਲ ਜਾਂਦੀਆਂ, ਅਕੋਮੋਡੇਸ਼ਨ ਸਸਤਾ ਹੈ, ਟੈਕਸਿਸ ਘੱਟ ਨੇ। ਸੋ ਇਹ ਸਾਰੇ ਰੀਜ਼ਨਸ ਹੈਗੇ ਆ ਕਿ ਜਿਹਦੇ ਕਰਕੇ ਤੁਸੀਂ ਆਪਣਾ ਬਹੁਤ ਸਾਰਾ ਪੈਸਾ ਸੇਵ ਕਰ ਸਕਦੇ ਹੋ। ਮੋਰ ਓਵਰ ਕੈਨੇਡੀਅਨ ਗਵਰਨਮੈਂਟ ਚਾਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਹਨਾਂ ਸਟੇਟਸ ਦੇ ਵਿੱਚ ਆਣ ਤੇ ਆਪਣਾ ਉੱਥੇ ਰਹਿਣ ਤੇ ਆਪਣੀ ਸਟੱਡੀ ਪੂਰੀ ਕਰਨ ਤਾਂ ਜੋ ਉੱਥੇ ਦੀਆਂ ਇਮੀਗ੍ਰੇਸ਼ਨ ਜਾਂ ਜੋ ਹੈ ਲੇਬਰ ਮਾਰਕੀਟ ਦੀਆਂ ਡਿਮਾਂਡਸ ਪੂਰੀਆਂ ਹੋ ਸਕਣ, ਰਾਈਟ। ਸੋ ਉਹ ਇਹਨਾਂ ਦੇ ਵਿੱਚ ਵੀਜ਼ਾਸ ਨੂੰ ਲੈ ਕੇ ਵੀ ਥੋੜੇ ਲਿਬਰਲ ਹੁੰਦੇ ਆ ਕਿ ਅਗਰ ਇੱਕ ਸਟੂਡੈਂਟ ਬਾਰਡਰ ਲਾਈਨ ਕੇਸ ਹੈ, ਫॉर ਐਗਜ਼ਾਮਪਲ ਉਹ ਫਰਸਟ ਡਿਵੀਜ਼ਨ ਹੈ, ਉਹਦੀ ਸਿਰਫ 60% ਨੇ, 6 ਬੈਂਡਸ ਨੇ, ਇੱਕ ਬਾਰਡਰ ਲਾਈਨ ਕੇਸ ਹੈ, ਸੋ ਉਹਦੇ ਚਾਂਸਸ ਵੀਜ਼ਾ ਨਿਕਲਣ ਦੇ ਇਹਨਾਂ ਏਰੀਆਜ਼ ਦੇ ਵਿੱਚ ਜ਼ਿਆਦਾ ਨੇ ਬਜਾਏ ਕਿ ਓਨਟਾਰੀਓ ਜਿੱਥੇ ਐਂਟਰੀ ਰਿਕੁਆਇਰਮੈਂਟਸ ਜ਼ਿਆਦਾ ਹੈ, ਜਿੱਥੇ ਜ਼ਿਆਦਾ ਸਟੂਡੈਂਟਸ ਦਾ ਰਸ਼ ਜਾਂਦਾ ਹੈ। ਜੀ ਬਿਲਕੁਲ, ਇਹ ਤਾਂ ਚਲੋ ਤੁਸੀਂ ਦੱਸਿਆ, ਪਰ ਜ਼ਿਆਦਾਤਰ ਸਟੂਡੈਂਟਸ ਦਾ ਜਿਵੇਂ ਸਾਡੇ ਕੋਲ ਵੀ ਸਵਾਲ ਆਉਂਦੇ ਨੇ, ਤੁਹਾਡੇ ਕੋਲ ਵੀ ਸਟੂਡੈਂਟ ਆਉਂਦੇ ਤੇ ਸਵਾਲ ਅਕਸਰ ਜ਼ਰੂਰ ਹੁੰਦਾ ਹੋਏਗਾ। ਸਟੂਡੈਂਟਸ ਪੁੱਛਣਾ ਚਾਹੁੰਦੇ ਨੇ ਹਮੇਸ਼ਾ ਕਿ ਅਸੀਂ ਕਿੱਥੇ ਅਪਲਾਈ ਕਰੀਏ ਜਿੱਥੇ ਸਾਡਾ ਵੀਜ਼ਾ ਦਾ ਸਕਸੈਸ ਰੇਟ ਸਾਨੂੰ ਵਧੀਆ ਦਿਖੇ ਜਾਂ ਸਾਨੂੰ ਵਧੀਆ ਵੇਜ ਰੇਟ ਵੀ ਮਿਲੇ, ਕਿਉਂਕਿ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਇਹ ਵੀ ਹੁੰਦਾ ਕਿ ਅਸੀਂ ਕਮਾਈ ਵੀ ਵਧੀਆ ਕਰੇ। ਤਾਂ ਕਿਸ ਅਕੋਰਡਿੰਗਲੀ ਉਹ ਚੂਜ਼ ਕਰਨ ਇਹ ਚੀਜ਼ਾਂ, ਕੀ ਫਰਕ ਪੈਂਦਾ ਪ੍ਰੋਵਿੰਸ ਨੂੰ ਲੈ ਕੇ ਵੀਜ਼ਾ ਦਾ? ਡੈਫੀਨੇਟਲੀ ਫਰਕ ਪੈਂਦਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਿਉਂਕਿ ਕੈਨੇਡੀਅਨ ਗਵਰਨਮੈਂਟ ਵੀ ਚਾਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਕਿਉਂਕਿ ਸਾਰੀ ਪੋਪੂਲੇਸ਼ਨ ਹੀ ਓਨਟਾਰੀਓ ਜਾਏਗੀ ਜਾਂ ਸਾਰੀ ਪੋਪੂਲੇਸ਼ਨ ਹੀ BC ਜਾਏਗੀ, ਤਾਂ ਉਸ ਕੇਸ ਵਿੱਚ ਕੀ ਹੈ ਕਿ ਉੱਥੇ ਦੀ ਰੀਜਨ ਦੇ ਵਿੱਚ ਉਹਨੀਆਂ ਓਪਰਚੁਨਿਟੀਜ਼ ਕ੍ਰੀਏਟ ਨਹੀਂ ਹੋ ਪਾ ਰਹੀਆਂ ਜਿੰਨੇ ਸਟੂਡੈਂਟਸ ਉੱਥੇ ਹਰ ਸਾਲ ਜਾਂ ਹਰ ਇਨਟੇਕ ਦੇ ਵਿੱਚ ਆ ਰਹੇ ਨੇ। ਸੋ ਉੱਥੇ ਇਸ ਕਰਕੇ ਸਟੂਡੈਂਟਸ ਨੂੰ ਪਾਰਟ ਟਾਈਮ ਜੌਬ ਲੈਣ ਦੇ ਵਿੱਚ ਥੋੜੀ ਕਈ ਵਾਰੀ ਡਿਫਿਕਲਟੀ ਹੁੰਦੀ ਹੈ, ਥੋੜਾ ਵੇਟ ਕਰਨਾ ਪੈਂਦਾ ਹੈ। ਪਰ ਜਿੱਥੇ ਪੋਪੂਲੇਸ਼ਨ ਹੀ ਘੱਟ ਹੈ ਜਾਂ ਜ਼ਿਆਦਾ ਲੋਕ ਹਜੇ ਨਹੀਂ ਪਹੁੰਚੇ ਤਾਂ ਇਸ ਕਰਕੇ ਉੱਥੇ ਉਹਨਾਂ ਸਟੂਡੈਂਟਸ ਨੂੰ ਜੌਬ ਮਿਲਣ 'ਚ ਈਜ਼ੀ ਹੋ ਜਾਂਦਾ ਹੈ। ਜਿੱਥੋਂ ਤੱਕ ਤੁਸੀਂ ਕਿਹਾ ਕਿ ਵੀਜ਼ਾ ਮਿਲਣਾ ਨਾ ਮਿਲਣਾ, ਉਹ ਮੈਨੂੰ ਇਹ ਲੱਗਦਾ ਹੈ ਕਿ ਵੀਜ਼ਾ ਹਮੇਸ਼ਾ ਇੱਕ ਕੰਬੀਨੇਸ਼ਨ ਆਫ ਫੈਕਟਰਸ ਹੁੰਦਾ ਹੈ। ਉਸ ਦੇ ਵਿੱਚ ਬੜੇ 3 ਚੀਜ਼ਾਂ ਬੇਸਿਕਲੀ ਡਿਪੈਂਡ ਕਰਦੀਆਂ, ਸਟੂਡੈਂਟ ਦਾ ਅਕੈਡਮਿਕ ਕ੍ਰਾਈਟੇਰੀਆ, ਉਹਦੀ ਪਰਸੈਂਟੇਜ ਕਿੰਨੀ ਹੈ, ਉਹਦੇ ਇੰਗਲਿਸ਼ ਲੈਂਗੁਏਜ ਸਕਿੱਲਸ ਕਿ ਉਹ ਉੱਥੇ ਜਾ ਕੇ ਇੰਗਲਿਸ਼ ਲੈਂਗੁਏਜ ਦੇ ਵਿੱਚ ਜੋ ਉਹਨਾਂ ਦੀ ਫਰਸਟ ਲੈਂਗੁਏਜ ਹੈ ਉਹ ਆਪਣੀ ਸਟੱਡੀ ਨੂੰ ਮੈਨੇਜ ਕਰ ਸਕਦਾ ਜਾਂ ਨਹੀਂ ਕਰ ਸਕਦਾ।
ਤੀਸਰੀ ਚੀਜ਼ ਹੈ ਫਾਈਨੈਂਸ਼ੀਅਲਸ, ਕੀ ਸਟੂਡੈਂਟ ਦੀ ਫੈਮਿਲੀ ਦੇ ਕੋਲ ਇਨਫ ਫਾਈਨੈਂਸ਼ੀਅਲਸ ਹੈਗੇ ਆ ਉੱਥੇ ਸਸਟੇਨ ਕਰਨ ਲਈ। ਐਂਡ ਦਾ ਮੋਸਟ ਇੰਪੋਰਟੈਂਟ ਥਿੰਗ ਇਜ਼ SOP, ਜਿਹਦੇ ਵਿੱਚ ਤੁਸੀਂ ਇਹ ਕਲੀਅਰਲੀ ਮੈਂਸ਼ਨ ਕਰਨਾ ਹੁੰਦਾ ਹੈ ਕਿ ਤੁਹਾਡੀ ਇੱਕ ਸਟਰੋਂਗ ਇੰਟੈਂਸ਼ਨ ਹੈ ਆਪਣੇ ਕੰਟਰੀ ਦੇ ਵਿੱਚ ਵਾਪਸ ਆਉਣ ਦੀ। ਸੋ ਇਹ 3 ਤੋਂ 4 ਮੇਜਰ ਫੈਕਟਰਸ ਹੈ ਕਿਸੇ ਵੀ ਸਟੂਡੈਂਟ ਦੇ ਵੀਜ਼ਾ ਸਕਸੈਸ ਦੇ ਵਿੱਚ। ਬਟ ਡੈਫੀਨੇਟਲੀ ਜਿਹੜੇ ਸਟੂਡੈਂਟ ਥੋੜੇ ਰੀਜਨਲ ਏਰੀਆਜ਼ ਦੇਖਦੇ ਨੇ ਉੱਥੇ ਕੈਨੇਡੀਅਨ ਗਵਰਨਮੈਂਟ ਜਾਂ ਕੈਨੇਡੀਅਨ ਹਾਈ ਕਮਿਸ਼ਨ ਕੰਪੈਰੇਟਿਵਲੀ ਥੋੜਾ ਲਿਬਰਲ ਹੁੰਦਾ ਹੈ। ਜੀ ਬਿਲਕੁਲ। ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦਾ, ਜਲੰਧਰ, ਲੁਧਿਆਣਾ ਤੇ ਚੰਡੀਗੜ੍ਹ ਵਿੱਚ AECC ਗਲੋਬਲ ਦੀ ਬ੍ਰਾਂਚਿਸ ਹੈ। ਜਿੱਥੇ ਤੁਹਾਨੂੰ ਨੇੜੇ ਲੱਗੇ ਜ਼ਰੂਰ ਟਾਈਮਲੀ ਜੋ ਹੈ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ, ਤਾਂ ਕਿ ਟਾਈਮਲੀ ਤੁਹਾਨੂੰ ਚੰਗੀ ਗਾਈਡੈਂਸ ਦੇ ਨਾਲ ਸਹੀ ਰਾਹ ਦਾ ਪਤਾ ਚੱਲ ਸਕੇ ਕਿ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਤੁਸੀਂ ਕਿੱਥੇ ਐਲੀਜੀਬਲ ਹੋ ਔਰ ਕਿਵੇਂ ਟਾਈਮਲੀ ਅਪਲਾਈ ਕਰਨਾ ਹੈ ਤੁਸੀਂ। ਸੋ ਅਗਰ ਆਪਾਂ ਸਟੂਡੈਂਟਸ ਦੇ ਕਨਫਿਊਜ਼ਨਸ ਦੀ ਗੱਲ ਕਰ ਰਹੇ ਹਾਂ, ਸਟੂਡੈਂਟਸ ਦੇ ਸਵਾਲਾਂ ਦੀ ਗੱਲ ਕਰ ਰਹੇ ਹਾਂ, ਤਾਂ ਇੱਕ ਸਵਾਲ ਇਹ ਵੀ ਰਹਿੰਦਾ ਕਿ ਅਸੀਂ ਡਿਪਲੋਮਾ 'ਚ ਅਪਲਾਈ ਕਰੀਏ ਜਾਂ ਅਸੀਂ ਡਿਗਰੀ ਵਿੱਚ ਅਪਲਾਈ ਕਰੀਏ, ਕਿ ਡਿਪਲੋਮਾ ਜਾਂ ਡਿਗਰੀ ਅਗਰ ਚੂਜ਼ ਕਰਦੇ ਹਾਂ ਇਸ ਦੇ ਨਾਲ ਲੌਂਗ ਟਰਮ ਕਿਸ ਤਰ੍ਹਾਂ ਦੇ ਫੈਕਟਰਸ ਨੂੰ ਦੇਖ ਕੇ ਸਟੂਡੈਂਟ ਨੂੰ ਚੱਲਣਾ ਚਾਹੀਦਾ ਔਰ ਨਾਲ ਦੀ ਨਾਲ ਕਿਸ ਤਰ੍ਹਾਂ ਦਾ ਕੰਬੀਨੇਸ਼ਨ ਆਪਣੇ ਸਟੱਡੀਜ਼ ਨੂੰ ਲੈ ਕੇ, ਕੋਰਸ ਨੂੰ ਲੈ ਕੇ ਬਣਾਉਣਾ ਚਾਹੀਦਾ ਹੈ। ਤੁਸੀਂ ਬਹੁਤ ਹੀ ਅੱਛਾ ਕੁਐਸਚਨ ਪੁੱਛਿਆ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਇੱਕ ਫਿਕਸਡ ਮਾਈਂਡਸੈਟ ਦੇ ਨਾਲ ਆਪਣੀ ਕੈਨੇਡਾ ਸਟੱਡੀ ਵੀਜ਼ਾ ਦੀ ਸ਼ੁਰੂਆਤ ਕਰਦੇ ਆ। ਮਤਲਬ ਕਿ ਜਦੋਂ ਉਹਨਾਂ ਨੇ ਸੋਚਿਆ ਹੀ ਹੁੰਦਾ ਹੈ, ਸੋ ਦੇ ਡੋਂਟ ਐਕਸਪਲੋਰ ਮਚ। ਸੋ ਮੇਰਾ ਐਡਵਾਈਸ ਇਹੀ ਹੈ ਕਿ ਜਿਹੜੇ ਸਟੂਡੈਂਟਸ ਅਕੈਡਮਿਕਲੀ ਸਟਰੋਂਗ ਨੇ, ਮਤਲਬ ਪਰਸੈਂਟੇਜ ਉਹਨਾਂ ਦੀ ਵਧੀਆ ਹੈ, and secondly the more important thing is ਕਿ ਫੈਮਿਲੀ ਦੇ ਕੋਲ ਇਨਫ ਫਾਈਨੈਂਸਿਸ ਹੈਗੇ ਆ ਯੂਨੀਵਰਸਿਟੀ ਦੀ ਡਿਗਰੀ ਨੂੰ ਮੈਨੇਜ ਕਰਨ ਲਈ, ਕਿਉਂਕਿ ਯੂਨੀਵਰਸਿਟੀ ਡਿਗਰੀ 4 ਸਾਲ ਦੀ ਹੈ, ਡਿਪਲੋਮਾ 2 ਸਾਲ ਦਾ ਜਾਂ 3 ਸਾਲ ਦਾ ਹੈ। ਫਿਰ ਯੂਨੀਵਰਸਿਟੀ ਔਰ ਡਿਪਲੋਮਾ ਦੀ ਫੀਸ 'ਚ ਥੋੜਾ ਫਰਕ ਹੈ। ਜਿਵੇਂ ਅਗਰ ਡਿਪਲੋਮਾ ਦੀ ਫੀਸ ਅਗਰ $17,000-18,000 1 ਸਾਲ ਦੀ ਫੀਸ ਹੈ, ਤਾਂ ਯੂਨੀਵਰਸਿਟੀ ਦੀ ਫੀਸ $18,000 ਤੋਂ ਸ਼ੁਰੂ ਹੋ ਕੇ $25,000 ਇੱਕ ਨਾਰਮਲ ਰੇਂਜ ਹੈ। ਤੇ ਇਸ ਤੋਂ ਐਕਸਪੈਂਸਿਵ ਯੂਨੀਵਰਸਿਟੀਜ਼ ਵੀ ਕੈਨੇਡਾ ਦੇ ਵਿੱਚ ਹੈਗੀਆਂ ਜਿਹੜੀਆਂ ਟੌਪ ਯੂਨੀਵਰਸਿਟੀਜ਼ ਦੀਆਂ ਜੀ। ਸੋ ਅਗਰ ਤੁਸੀਂ ਆਪਣੇ ਅਗਰ ਤਾਂ ਫੈਮਿਲੀ ਦੇ ਕੋਲ ਇੰਨਾ ਬਜਟ ਹੈ ਕਿ ਉਹ 4 ਸਾਲ ਦੀ ਫੀਸ, ਟਿਊਸ਼ਨ ਫੀਸ ਨੂੰ ਮੈਨੇਜ ਕਰ ਸਕਣ ਤੇ ਸਟੂਡੈਂਟ ਅਕੈਡਮਿਕਲੀ ਬਹੁਤ ਸਟਰੋਂਗ ਹੈ, ਤਾਂ ਯੂਨੀਵਰਸਿਟੀ ਡਿਗਰੀ ਆਲਵੇਜ਼ ਪ੍ਰੈਫਰੇਬਲ ਹੈ। ਰੀਜ਼ਨ देयर इज़ अ ह्यूज डिफरेंस इन जॉब्स वैन यू कंप्लीट योर स्टडी, कि जो तुसी अपना डिप्लोमा खत्म करते हो तो तुहानू एंट्री लैवल दियां जॉब्स मिलदियां जड़ियां कि हैंड्स ऑन स्किल बेस्ड हुंदियां, टेक्नीशियन लैवल दियां जॉब, एंट्री लैवल दियां जॉब्स। पर जदों आपां डिग्री कंप्लीट करते हैं तो तुहानू प्रोफैशनल लैवल दियां जॉब, जिन्हों कॉमन लैंग्वेज आपां वाइट कॉलर जॉब्स कहते हैं, वो मिलदियां। सो दोनों दे वेजिस दे विच भी बहुत फर्क है। फॉर एग्जाम्पल डिप्लोमा करन तो बाद अगर कोई $20 to $25 पर आवर कमा रहा है तो डिग्री करन तो बाद वो $25 to $35 पर आवर दे वेजेस हो सकते हैं। इन द बिगिनिंग मैं गल कर रही हूँ। सो एक्सपीरियंस के बेसिस पे अपनी सैलरी वधदी जाती है। सो इट डिपेंड्स कि अगर तुसी 4 साल का ट्यूशन फीस का बजट मैनेज कर सकते हो, अकैडमिकली स्ट्रोंग हैगे हो, तो डेफिनेटली यूनिवर्सिटीज़ वाल देखो, क्योंकि यूनिवर्सिटीज़ च स्कॉलरशिप दियां ऑप्शंस भी बहुत अवेलेबल ने। कुछ यूनिवर्सिटीज़ एंट्री लैवल स्कॉलरशिप देंदी है परसेंटेज के बेसिस पे। सो बहुत सारियां यूनिवर्सिटीज़ तुहानू ऑन गोइंग स्कॉलरशिप देंदियां। ऑन गोइंग स्कॉलरशिप का मतलब कि तुसी अगर अपना पहले साल दे विच या 2 सैमेस्टर्स दे विच तुहाडी परसेंटेज वधी है, तुसी एक रिक्वायर्ड GPA मेनटेन कीता है, तो तुहानू अगले साल स्कॉलरशिप दे लई तुसी एलिजिबल हो जांदे हो। सो देयर आर ऑप्शंस कि तुसी यूनिवर्सिटी च जाके अपनी ट्यूशन फीस नू रिड्यूस करके मैनेज कर सकते हो। बिल्कुल बिल्कुल सही कहा तुसी। और एक खास गल्लां ਇਹ ਉਹੀ ਦੇ ਸਕਦਾ ਜਿਨ੍ਹਾਂ ਨੂੰ ਬਹੁਤ ਲੰਮਾ ਐਕਸਪੀਰੀਅੰਸ ਹੁੰਦਾ। ਸੋ ਇੱਕ ਬਹੁਤ ਹੀ ਮਾਹਿਰ ਸਲਾਹ ਤੁਹਾਡੇ ਤੱਕ ਪਹੁੰਚਾਉਣ ਲਈ ਹੀ ਅਸੀਂ ਇਸ ਸ਼ੋਅ ਦੇ ਵਿੱਚ ਮਾਹਿਰ ਐਕਸਪਰਟਸ ਨੂੰ ਇੱਥੇ ਲੈ ਕੇ ਆਉਂਦੇ ਹਾਂ, ਤਾਂ ਕਿ ਤੁਹਾਡੇ ਜਿੰਨੇ ਵੀ ਸਵਾਲ ਨੇ ਉਹਨਾਂ ਸਾਰੇ ਸਵਾਲਾਂ ਦਾ ਤੁਹਾਨੂੰ ਸਹੀ ਜਵਾਬ ਅਸੀਂ ਇਸ ਸ਼ੋਅ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾ ਸਕੀਏ। ਪਰ ਫਿਰ ਵੀ ਕੋਈ ਸਵਾਲ ਤੁਹਾਡੇ ਮਨ ਵਿੱਚ ਹੋਵੇ, ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ, ਤੁਸੀਂ ਇਹ ਨੰਬਰ ਨੋਟ ਕਰਕੇ ਰੱਖੋ। AECC ਗਲੋਬਲ ਕੰਪਨੀ ਦਾ ਨੰਬਰ ਹੈ, ਇਸ ਉੱਪਰ ਕਾਲ ਕਰਕੇ ਤੁਸੀਂ ਆਪਣੇ ਸਵਾਲ ਦਾ ਵੀ ਜਵਾਬ ਜ਼ਰੂਰ ਲੈ ਸਕਦੇ ਹੋ। ਆਪਾਂ ਰੀਜਨਲ ਏਰੀਆਜ਼ ਦੀ ਥੋੜੀ ਗੱਲ ਪਿੱਛੇ ਕਰ ਰਹੇ ਸੀ, ਤਾਂ ਅਗਰ ਆਪਾਂ ਜੌਬ ਓਪਰਚੁਨਿਟੀਜ਼ ਦੀ ਗੱਲ ਕਰੀਏ ਤਾਂ ਉੱਥੇ ਇਹ ਤਾਂ ਨਹੀਂ ਹੋਏਗਾ ਕਿ ਕੱਲ ਨੂੰ ਜਦੋਂ ਉਹਨਾਂ ਦੀ ਪੜ੍ਹਾਈ ਦੇ ਨਾਲ ਜਦੋਂ ਬਾਅਦ ਵਿੱਚ ਜੌਬ ਦੀ ਦੇਖਦੇ ਨੇ ਤਾਂ ਕੱਲ ਨੂੰ ਕੋਈ ਦਿੱਕਤ ਆਵੇ, ਜਾਂ ਵੇਜ ਰੇਟ ਤਾਂ ਚਲੋ ਅਸੀਂ ਕਹਿੰਦੇ ਆ ਵੀ ਮਿਲ ਜਾਂਦਾ ਸਹੀ, ਪਰ ਜੌਬ ਓਪਰਚੁਨਿਟੀਜ਼ ਦੇ ਪੁਆਇੰਟ ਆਫ व्यू ਤੋਂ ਦੇਖੀਏ ਤਾਂ ਕਿਸ ਤਰ੍ਹਾਂ? जॉब अपॉर्चुनिटीज़ देखो, मैनू ये लगता है कि कोई भी रीजन चाहे वो छोटा है ਜਾਂ ਵੱਡਾ ਹੈਗਾ, ਤਾਂ ਉਹਨੂੰ ਰਨ ਕਰਨ ਲਈ ਸਾਰੇ ਤਰ੍ਹਾਂ ਦੇ ਪ੍ਰੋਫੈਸ਼ਨਲਸ ਦੀ ਲੋੜ ਹੁੰਦੀ ਹੈ। ਇੱਦਾਂ ਨਹੀਂ ਹੈ ਕਿ ਸਿਰਫ ਡਾਕਟਰਸ ਹੈਗੇ ਆ ਤੇ ਇੰਜੀਨੀਅਰਸ ਨਹੀਂ ਚਾਹੀਦੇ ਹੈ ਜਾਂ ਟੈਕਨੀਸ਼ੀਅਨ ਨਹੀਂ ਚਾਹੀਦੇ। ਕਿਸੇ ਵੀ ਛੋਟੇ ਤੋਂ ਛੋਟੇ ਸਟੇਟ ਦੀ ਇਕਨੋਮੀ ਨੂੰ ਰਨ ਕਰਨ ਲਈ ਸਾਰੇ ਤਰ੍ਹਾਂ ਦੇ ਪ੍ਰੋਫੈਸ਼ਨਲਸ ਚਾਹੀਦੇ ਹੀ ਚਾਹੀਦੇ ਨੇ। ਸੋ ਓਪਰਚੁਨਿਟੀ ਸਭ ਦੇ ਲਈ ਹੁੰਦੀਆਂ। ਤੇ ਜਿੱਥੋਂ ਤੱਕ ਆਈ ਵੁੱਡ ਸੇ ਕਿ ਲੌਂਗ ਟਰਮ ਦੀ ਗੱਲ ਹੈ,
ਬਹੁਤ ਸਾਰੀਆਂ ਸਟੇਟਸ ਬਹੁਤ ਸਾਰੇ ਪ੍ਰੋਵਿੰਸ਼ੀਅਲ ਪ੍ਰੋਗਰਾਮਸ ਇੰਟਰੋਡਿਊਸ ਕਰਦੀਆਂ ਰਹਿੰਦੀਆਂ। ਫੋਰ ਐਗਜ਼ਾਮਪਲ AIPP ਪ੍ਰੋਗਰਾਮ ਹੈ ਐਟਲਾਂਟਿਕ ਰੀਜਨ ਦੇ ਵਿੱਚ, ਜਾਂ ਓਨਟਾਰੀਓ ਦੇ ਵਿੱਚ RNIP ਹੈ, ਸਸਕੈਚੁਆਨ ਦਾ ਆਪਣਾ ਪਲਾਨ ਹੈ। ਸੋ ਤੁਸੀਂ ਕੀ ਕਰ ਸਕਦੇ ਹੋ ਕਿ ਤੁਸੀਂ ਜਦੋਂ ਇਹਨਾਂ ਪ੍ਰੋਗਰਾਮਸ ਦੇ ਅੰਡਰ ਅਗਰ ਤੁਸੀਂ ਆਪਣੀ PR ਲਿੱਤੀ ਵੀ ਹੈ ਤਾਂ ਜੋ ਵੀ ਉਹਨਾਂ ਦੀ ਕੰਡੀਸ਼ਨ ਹੈ ਕਿ ਤੁਸੀਂ 2 ਸਾਲ ਉਸ ਸਟੇਟ ਦੇ ਵਿੱਚ ਰਹਿਣਾ ਹੈ, ਤੇ ਤੁਹਾਨੂੰ ਉਸ ਤੋਂ ਬਾਅਦ ਤੁਹਾਨੂੰ ਮੂਵ ਕਰਨ ਲਈ ਕੋਈ ਵੀ ਨਹੀਂ ਰੋਕ ਸਕਦਾ। ਜਦੋਂ ਤੁਹਾਨੂੰ PR ਮਿਲਦੀ ਹੈ ਕੈਨੇਡਾ ਦੀ, ਪੂਰੇ ਕੈਨੇਡਾ ਦੀ ਮਿਲਦੀ ਹੈ, ਉਸ ਤੋਂ ਬਾਅਦ ਤੁਸੀਂ ਜਦੋਂ ਤੁਹਾਨੂੰ ਕਿਸੇ ਬੈਟਰ ਏਰੀਆ ਦੇ ਵਿੱਚ ਕੋਈ ਬੈਟਰ ਓਪਰਚੁਨਿਟੀ ਮਿਲ ਜਾਂਦੀ ਹੈ ਤਾਂ ਤੁਸੀਂ ਉੱਥੋਂ ਮੂਵ ਕਰ ਸਕਦੇ ਹੋ। ਬਟ ਬਹੁਤ ਸਾਰੇ ਲੋਕ ਮੈਂ ਦੇਖਿਆ ਜਿਹੜੇ ਮੇਰੇ ਬਹੁਤ ਪੁਰਾਣੇ ਸਟੂਡੈਂਟ ਸੀਗੇ ਜੋ ਅੱਜ ਤੋਂ 5-6 ਸਾਲ ਪਹਿਲਾਂ ਗਏ ਸੀਗੇ ਰੀਜਨਲ ਏਰੀਆਜ਼ ਦੇ ਵਿੱਚ, ਉਹ ਅੱਜ ਵੀ ਉੱਥੇ ਹੀ ਰਹਿ ਕੇ ਕੰਮ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਉੱਥੇ ਹੀ ਬਹੁਤ ਅੱਛੀਆਂ ਸੈਲਰੀਜ਼ ਔਰ ਗਰੋਥ ਮਿਲ ਰਹੀਆਂ ਤੇ ਲਾਈਫ ਸਟਾਈਲ ਵੀ ਇੱਕ ਵੱਡੇ ਸਿਟੀ ਤੋਂ ਬੈਟਰ ਹੈ। ਸੋ ਆਈ ਵੁੱਡ ਡੈਫੀਨਿਟਲੀ ਰਿਕਮੈਂਡ ਕਿ ਤੁਸੀਂ ਸਿਰਫ ਓਨਟਾਰੀਓ ਜਾਂ ਸਿਰਫ ਇੱਕ ਪਾਰਟਿਕੂਲਰ ਲੋਕੇਸ਼ਨ ਬ੍ਰੈਂਪਟਨ ਜਾਂ ਟੋਰਾਂਟੋ ਵੱਲ ਨਾ ਦੇਖ ਕੇ ਆਪਣੇ ਹੋਰ ਲੋਕੇਸ਼ਨਸ ਵੀ ਐਕਸਪਲੋਰ ਕਰੋ। ਬਿਲਕੁਲ ਸਹੀ ਕਿਹਾ, ਕਿਉਂਕਿ ਕਈ ਐਸੀ ਜਗ੍ਹਾ ਹੁੰਦੀਆਂ ਜਿੱਥੇ ਤੁਹਾਨੂੰ ਬੈਨੀਫਿਟ ਹੋਰ ਮਿਲ ਸਕਦੇ ਨੇ। ਸੋ ਜ਼ਰੂਰ ਉਹਨਾਂ ਚੀਜ਼ਾਂ ਵੱਲ ਵੀ ਧਿਆਨ ਦਿਆ ਕਰੋ। ਇਸ ਲਈ ਅਸੀਂ ਇਸ ਸ਼ੋਅ ਦੇ ਵਿੱਚ ਅਲੱਗ-ਅਲੱਗ ਕਈ ਆਪਸ਼ਨਸ ਦੀ ਹਮੇਸ਼ਾ ਗੱਲ ਕਰਦੇ ਹਾਂ ਤਾਂ ਕਿ ਸਟੂਡੈਂਟਸ ਜਿਨ੍ਹਾਂ ਚੀਜ਼ਾਂ ਬਾਰੇ ਅਵੇਅਰ ਨਹੀਂ ਹੈ, ਤੁਹਾਨੂੰ ਨਹੀਂ ਪਤਾ ਹੈ, ਉਹਨਾਂ ਚੀਜ਼ਾਂ ਦੀ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਾ ਸਕੀਏ। ਅਗਰ ਅਸੀਂ ਵੀਜ਼ਾ ਸਕਸੈਸ ਰੇਟ ਦੀ ਗੱਲ ਕਰ ਲਈਏ, SDS ਕੈਟਾਗਰੀ ਦੀ ਗੱਲ ਕਰ ਰਹੇ ਹਾਂ, ਕਿਸ ਤਰ੍ਹਾਂ ਦਾ ਸਕਸੈਸ ਰੇਟ ਚੱਲ ਰਿਹਾ ਹੁਣ? ਕੈਨੇਡਾ ਨੇ ਸਰਪ੍ਰਾਈਜ਼ਿੰਗਲੀ ਥੋੜਾ ਰਿਵਾਈਵ ਕੀਤਾ ਹੈ ਆਪਣਾ ਸਿਸਟਮ, ਔਰ ਉਹ ਇਹ ਕੀਤਾ ਹੈ ਕਿ ਪਹਿਲਾਂ ਸਾਨੂੰ ਥੋੜਾ ਟਾਈਮ ਪਹਿਲਾਂ ਸਾਨੂੰ ਸਮਝ ਨਹੀਂ ਆ ਰਿਹਾ ਸੀਗਾ ਕਿ ਕਿਸ ਬੇਸਿਸ ਤੇ ਵੀਜ਼ਾ ਰਿਜ਼ਲਟਸ ਦੇ ਰਹੇ ਹਨ, ਕਿਉਂਕਿ ਆਪ ਸਭ ਨੇ ਦੇਖਿਆ ਹੈ ਕਿ ਬਹੁਤ ਅੱਛੇ ਪ੍ਰੋਫਾਈਲ ਵੀ ਅਸੀਂ ਰਿਫਿਊਜ਼ ਹੁੰਦੇ ਦੇਖੇ ਹੈ, ਥੋੜੇ ਵੀਕ ਪ੍ਰੋਫਾਈਲ ਨੂੰ ਵੀ ਅਸੀਂ ਵੀਜ਼ਾ ਮਿਲਦੇ ਹੋਏ ਦੇਖਿਆ। ਬਟ ਹੁਣ ਅਗਰ ਆਪਾਂ ਰੀਸੈਂਟ ਵੀਜ਼ਾ ਰਿਜ਼ਲਟਸ ਨੂੰ ਐਨਾਲਾਈਜ਼ ਕਰੀਏ ਤਾਂ ਥਿੰਗਸ ਆਰ ਰੀਅਲੀ ਗੁੱਡ ਐਂਡ ਹੈਵ ਬਿਕਮ ਬੈਟਰ ਕਿ ਹੁਣ ਪੂਰੀ ਤਰ੍ਹਾਂ ਦੇ ਨਾਲ ਸਟੂਡੈਂਟ ਦੇ ਕ੍ਰੈਡੈਂਸ਼ੀਅਲਸ ਦੇ ਬੇਸਿਸ ਤੇ ਇਵੈਲੂਏਸ਼ਨ ਹੋ ਰਿਹਾ ਹੈ। ਮਤਲਬ ਇਹ ਨਹੀਂ ਹੈ ਕਿ ਸਿਰਫ ਸਟੂਡੈਂਟ ਦਾ ਆਇਲਸ ਅਗਰ ਵਧੀਆ ਹੈ ਤੇ ਉਹਦੀ ਪਰਸੈਂਟੇਜ ਅੱਛੀ ਨਹੀਂ ਹੈ ਤਾਂ ਵੀਜ਼ਾ ਆ ਰਿਹਾ ਹੈ। ਨੋ, ਇਟ ਹੈਜ਼ ਟੂ ਬੀ ਅ ਕੰਬੀਨੇਸ਼ਨ ਆਫ ਬੋਥ ਕਿ ਤੁਹਾਡਾ ਆਇਲਸ ਐਪਰੋਪਰੀਏਟ ਹੋਣਾ ਚਾਹੀਦਾ ਹੈ, ਬਟ ਤੁਹਾਡੇ ਆਪਣੇ ਜਿਹੜੇ ਵੀ ਤੁਸੀਂ ਫੀਲਡ ਦੇ ਵਿੱਚ ਐਪਲੀਕੇਸ਼ਨ ਪਾਈ ਹੈ ਜਾਂ ਆਫਰ ਲੈਟਰ ਤੁਹਾਡੇ ਕੋਲ ਹੈਗਾ ਜਾਂ ਜੋ ਵੀ ਤੁਸੀਂ ਪ੍ਰੋਗਰਾਮ ਚੂਜ਼ ਕੀਤਾ ਹੈ ਉਹਦੇ ਨਾਲ ਰਿਲੇਟਡ ਜਿਹੜੇ ਤੁਹਾਡੇ ਕੋਰ ਸਬਜੈਕਟਸ ਤੁਸੀਂ ਆਪਣੇ 12th ਵਿੱਚ ਪੜ੍ਹੇ ਨੇ ਜਾਂ ਗ੍ਰੈਜੂਏਸ਼ਨ ਦੇ ਵਿੱਚ ਪੜ੍ਹੇ ਨੇ ਉਹਦੇ ਵਿੱਚ ਵੀ ਇੱਕ ਡੀਸੈਂਟ ਪਰਸੈਂਟੇਜ ਹੋਣਾ, 55 to 60% ਹੋਣਾ ਇੱਕ ਤਰ੍ਹਾਂ ਦਾ ਜ਼ਰੂਰੀ ਬਣ ਚੁੱਕਿਆ ਹੈ। ਮਤਲਬ ਉਸ ਤੋਂ ਨੀਚੇ ਵਾਲੀ ਪਰਸੈਂਟੇਜ ਵਾਲੇ ਬੱਚਿਆਂ ਦੇ ਵੀਜ਼ਾਸ ਰਿਫਿਊਜ਼ ਹੋ ਰਹੇ ਨੇ, ਪਰ ਜਿਹੜੇ ਬੱਚੇ ਇਸ ਬ੍ਰੈਕਟ 'ਚ ਮਿਨੀਮਮ ਇੰਨਾ ਤੁਹਾਡਾ ਹੈਗਾ ਤਾਂ ਵੀਜ਼ਾ ਰਿਜ਼ਲਟਸ ਪੋਜ਼ਿਟਿਵ ਆ ਰਹੇ ਨੇ। ਸੋ it is a combination of again multiple factors, so ਜੇ ਤੁਸੀਂ ਇਹ ਮੇਨਟੇਨ ਕਰ ਰਹੇ ਹੋ ਤਾਂ ਵੀਜ਼ਾ ਰਿਜ਼ਲਟਸ ਪੋਜ਼ਿਟਿਵ ਨੇ। ਜੀ ਬਿਲਕੁਲ। ਤੇ ਜਿਵੇਂ ਆਪਾਂ ਗੱਲ ਕਰੀਏ ਕੁਝ ਰਿਫਿਊਜ਼ਲ ਕੇਸਿਸ ਹੁੰਦੇ ਨੇ, ਉਹ ਵੀ ਅਗਰ ਅਪਲਾਈ ਕਰਦੇ ਨੇ, ਇਸ ਤਰ੍ਹਾਂ ਤਾਂ ਨਹੀਂ ਹੈ ਕਿ ਰਿਫਿਊਜ਼ਲ ਕੇਸਿਸ ਨੂੰ ਪ੍ਰੈਫਰੈਂਸ ਨਹੀਂ ਮਿਲੇਗੀ, ਜੋ ਫਰੈਸ਼ ਪ੍ਰੋਫਾਈਲਸ ਹੈ ਉਹਨਾਂ ਨੂੰ ਹੀ ਪ੍ਰੈਫਰੈਂਸ ਮਿਲੇਗੀ? ਨਹੀਂ, ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ, ਕਿਉਂਕਿ ਜਦੋਂ ਇੱਕ ਵਾਰੀ ਕੇਸ ਰਿਫਿਊਜ਼ ਹੋ ਜਾਂਦਾ ਹੈ ਤਾਂ ਡੈਫੀਨੇਟਲੀ ਉਹ ਕੇਸ ਸੇਮ ਵੀਜ਼ਾ ਆਫਿਸਰ ਕੋਲ ਨਹੀਂ ਜਾਂਦਾ, ਇੱਕ ਤਰ੍ਹਾਂ ਦਾ ਦੁਬਾਰਾ ਤੋਂ ਕਿਊ ਦੇ ਵਿੱਚ ਲੱਗ ਜਾਂਦਾ ਹੈ। ਫੋਰ ਐਗਜ਼ਾਮਪਲ ਅਗਰ ਕਿਸੇ ਸਟੂਡੈਂਟ ਦਾ ਕੇਸ ਜਨਵਰੀ ਦੇ ਵਿੱਚ ਰਿਫਿਊਜ਼ ਹੋਇਆ ਸੀਗਾ, ਸੋ ਉਹਨੇ ਮਈ ਦੇ ਵਿੱਚ ਰੀਅਪਲਾਈ ਕੀਤਾ, ਸੋ ਇੱਕ ਤਰ੍ਹਾਂ ਦਾ ਉਹ ਦੁਬਾਰਾ ਕਿਊ ਤੋਂ ਲੱਗ ਰਿਹਾ, ਕਿਊ ਦੇ ਵਿੱਚ ਲੱਗ ਰਿਹਾ ਹੈ ਮਈ ਇਨਟੇਕ ਦੇ ਲਈ, ਬਟ ਦੇ ਆਰ ਗੋਇੰਗ ਟੂ ਅਸੈਸ ਦਿਸ ਕੇਸ ਐਜ਼ ਐਨੀ ਅਦਰ ਕੇਸ ਐਂਡ ਇਟ ਇਜ਼ ਗੋਇੰਗ ਟੂ ਬੀ ਅਸੈਸਡ ਬਾਈ ਅ ਡਿਫਰੈਂਟ ਵੀਜ਼ਾ ऑफिसर। एक नवे वीजा ऑफिसर को जाएगा जो कि पुराने वीजा ऑफिसर दे रिमार्क्स वगैरह सब कुछ पढ़ेगा, बट अगर तुसी अपने प्रोफाइल दे विच ओनु चंगी तरह जस्टिफाई कीता रिफ्यूजल नु ਜਾਂ ਫਿਰ ਕੋਈ ਨਵੀਂ ਇਨਫੋਰਮੇਸ਼ਨ ਐਡ ਆਨ ਕੀਤੀ ਹੈ, ਫੋਰ ਐਗਜ਼ਾਮਪਲ ਕਿਸੇ ਦਾ ਆਇਲਸ ਘੱਟ ਸੀਗਾ, ਉਹਨੇ ਆਇਲਸ ਆਪਣਾ ਰਿਪੀਟ ਕਰਕੇ ਦੁਬਾਰਾ ਲਗਾਇਆ, ਤੇ ਜੋ ਤੁਹਾਡੀ ਇਨਫੋਰਮੇਸ਼ਨ ਦੇ ਵਿੱਚ ਕੋਈ ਵੀ ਚੇਂਜ ਹੈਗਾ ਉਹਨੂੰ ਉਹ ਇੱਕ ਨਵੀਂ ਉਹਦੇ ਵਿੱਚ ਲਾਈਟ ਦੇ ਵਿੱਚ ਹੀ ਦੇਖਦੇ ਆ, ਉਹਦੇ ਹਿਸਾਬ ਨਾਲ ਹੀ ਪ੍ਰੋਸੈਸ ਕਰਦੇ ਆ। ਸੋ देयर इज नो ਇਸ਼ੂ ਵਿਦ दैट। ਜੀ ਬਿਲਕੁਲ। ਸੋ ਮੈਨੂੰ ਉਮੀਦ ਹੈ ਕਿ ਵੀ ਕਿਉਂਕਿ ਰਿਫਿਊਜ਼ਲ ਕੇਸਿਸ ਵਾਲੇ ਜਿਹਨੇ ਸਟੂਡੈਂਟਸ ਉਹਨਾਂ ਦੇ ਸਵਾਲ ਸਾਡੇ ਕੋਲ ਬਹੁਤ ਆਉਂਦੇ ਨੇ ਕਿ ਕੀ ਸਾਨੂੰ ਕੈਨੇਡਾ ਅਪਲਾਈ ਕਰਨਾ ਚਾਹੀਦਾ ਹੈ, ਕਿ ਇਹ ਤਾਂ ਨਹੀਂ ਹੈ ਕਿ ਸਾਡੀ ਜੋ ਲੱਗੀ ਹੋਏਗੀ ਫਾਈਲ ਉਹ ਪਿੱਛੇ ਰੱਖੀ ਜਾਏਗੀ, ਉਹ ਫਰੈਸ਼ ਪ੍ਰੋਫਾਈਲਸ ਨੂੰ ਅੱਗੇ ਮੌਕਾ ਮਿਲ ਜਾਏਗਾ। ਸੋ ਅਜਿਹਾ ਨਹੀਂ ਹੈ ਜਿਵੇਂ ਕਿ ਮੈਮ ਨੇ ਹੁਣ ਐਕਸਪਲੇਨ ਕੀਤਾ। ਸੋ ਸਵਾਲ ਚਾਹੇ ਅਸੀਂ ਸਟੱਡੀ ਵੀਜ਼ਾ ਦੀ ਗੱਲ ਕਰ ਰਹੇ ਹਾਂ, ਲੇਕਿਨ ਵਰਕ ਪਰਮਿਟ ਨੂੰ ਲੈ ਕੇ ਵੀ ਬਹੁਤ ਕੰਸਰਨ ਰਹਿੰਦਾ, ਚਾਹੇ ਸਟੂਡੈਂਟ ਚਾਹੇ ਪੇਰੈਂਟਸ ਦੀ ਗੱਲ ਕਰੀਏ। ਮੈਂ ਇੱਥੇ ਜ਼ਰੂਰ ਇਸ ਦਾ ਵੀ ਅਪਡੇਟ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਅਗਰ ਕੈਨੇਡਾ ਦੀ ਗੱਲ ਕਰਦੇ ਹਾਂ, ਵਰਕ ਪਰਮਿਟ ਦੀ ਗੱਲ ਕਰਦੇ ਹਾਂ, ਕਿਸ ਤਰ੍ਹਾਂ ਦਾ ਅੱਗੋਂ ਹੁਣ ਪ੍ਰੋਸੈਸ ਜਾਂ ਪੂਰਾ ਫਾਰਮੈਟ ਨਜ਼ਰ ਆ ਰਿਹਾ ਤਾਂ ਕਿ ਸਟੂਡੈਂਟਸ
ਨੂੰ ਵੀ ਪਤਾ ਚੱਲ ਸਕੇ ਕਿ ਕੈਨੇਡਾ ਹੈ, ਵਰਕ ਪਰਮਿਟ ਬਾਰੇ ਵੀ ਥੋੜੀ ਡਿਟੇਲ ਦੀ ਆਪਾਂ ਉਹਨਾਂ ਨੂੰ ਸਾਂਝੀ ਕਰੀਏ ਜਾਣਕਾਰੀ। ਦੇਖੋ ਅਸੀਂ ਵੈਸੇ ਤਾਂ ਸਟੂਡੈਂਟ ਵੀਜ਼ਾ ਕੰਸਲਟੈਂਟ ਹੈ, ਸਾਨੂੰ ਇਹ ਰਾਈਟ ਨਹੀਂ ਹੈਗਾ ਕਿਉਂਕਿ ਅਸੀਂ ICCRC ਮੈਂਬਰ ਨਹੀਂ ਹੈਗੇ, ਸੋ ਵੀ ਕੈਨ ਨਾਟ ਟਾਕ ਅਬਾਊਟ ਵਰਕ ਪਰਮਿਟਸ ਐਂਡ ਪਰਮਾਨੈਂਟ ਰੈਜ਼ੀਡੈਂਸੀ, ਬਟ ਐਟ ਦ ਐਂਡ ਆਫ ਡੇ ਹਰ ਸਟੂਡੈਂਟ ਉੱਥੇ ਸੈਟਲ ਹੋਣਾ ਚਾਹੁੰਦਾ ਹੈ, ਵਰਕ ਪਰਮਿਟ ਲੈਣਾ ਚਾਹੁੰਦਾ ਹੈ, ਸੈਟਲ ਹੋਣਾ ਚਾਹੁੰਦਾ ਹੈ। ਸੋ ਜੋ ਵੀ ਨਵੇਂ ਅਪਡੇਟਸ ਹੈਗੇ ਆ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਸਕਦੀ ਹਾਂ। ਸੋ ਉਹਨਾਂ 'ਚੋਂ ਜੋ ਆਪਣਾ ਇੱਕ ਚੱਲਦਾ ਆ ਰਿਹਾ ਉਹ ਇਹੀ ਹੈ ਕਿ ਜਿਹੜੇ ਸਟੂਡੈਂਟ 2 ਸਾਲ ਦੇ ਪ੍ਰੋਗਰਾਮ ਲਈ ਜਾ ਰਹੇ ਆ, ਆਫ ਕੋਰਸ ਉਹ 3 ਸਾਲ ਦਾ ਵਰਕ ਪਰਮਿਟ ਲੈ ਸਕਦੇ ਆ, ਸੋ ਉਹ ਪਹਿਲਾਂ ਦੀ ਤਰ੍ਹਾਂ ਹੀ ਹੈ। ਸੋ ਲੰਬੇ ਤਜਰਬੇ ਦੇ ਨਾਲ AECC ਗਲੋਬਲ ਕੰਪਨੀ ਜੋ ਹੈ ਅੱਜ ਤੱਕ ਹਜ਼ਾਰਾਂ ਸਟੂਡੈਂਟਸ ਦਾ ਜੋ ਹੈ ਸੁਪਨਾ ਸਾਕਾਰ ਕਰ ਚੁੱਕੇ ਨੇ, ਔਰ ਸਟੂਡੈਂਟਸ ਜਿਹੜੇ ਨੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਤੋਂ ਬਾਅਦ ਕਈਆਂ ਹੋਰਾਂ ਨੂੰ ਵੀ ਰੈਫਰੈਂਸ ਦਿੰਦੇ ਨੇ। ਸੋ ਇਸੇ ਲਈ ਅਸੀਂ ਇਹਨਾਂ ਨੂੰ ਖਾਸ ਤੌਰ ਤੇ ਅੱਜ ਬੁਲਾਇਆ ਸੀ, ਤੇ ਉਮੀਦ ਕਰਦੇ ਹਾਂ ਸਾਰੀ ਜਾਣਕਾਰੀ ਤੁਹਾਡੇ ਲਈ ਬਹੁਤ ਖਾਸ ਰਹੇਗੀ। ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਕਿ ਤੁਸੀਂ ਆ ਕੇ ਖਾਸ ਗੱਲਾਂ ਸਾਡੇ ਦਰਸ਼ਕਾਂ ਨਾਲ, ਸਟੂਡੈਂਟਸ ਦੇ ਨਾਲ ਸਾਂਝੀਆਂ ਕੀਤੀਆਂ। ਬਹੁਤ ਬਹੁਤ ਧੰਨਵਾਦ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।